ਹੈਲੋ ਫਰੈਂਡਸ, ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫੋਰ ਐਲਵਸ ਦੇ ਉੱਪਰ। ਅਸੀਂ ਕਰ ਰਹੇ ਸੀ ਅਲਕੋਹਲ, ਫਿਨੋਲ ਐਂਡ ਈਥਰਸ, ਜਿਸ ਦੇ ਵਿੱਚ ਪਾਰਟ 1 ਜੋ ਹੈ ਆਲਰੇਡੀ ਅਸੀਂ ਕੰਪਲੀਟ ਕਰ ਚੁੱਕੇ ਸੀ। ਅੱਜ ਅਸੀਂ ਪਾਰਟ 2 ਜਿਹੜਾ ਹੈ ਡਿਸਕਸ ਕਰਾਂਗੇ, ਠੀਕ ਹੈ ਜੀ, ਜਿਹਦੇ ਵਿੱਚ ਅਸੀਂ ਗੱਲ ਕਰਾਂਗੇ ਫਿਜ਼ੀਕਲ ਪ੍ਰੋਪਰਟੀਜ਼ ਆਫ ਅਲਕੋਹਲਸ ਐਂਡ ਫਿਨੋਲਸ ਬਾਰੇ ਐਂਡ ਕੈਮੀਕਲ ਪ੍ਰੋਪਰਟੀਜ਼ ਆਫ ਅਲਕੋਹਲਸ ਬਾਰੇ। ਠੀਕ ਹੈ ਜੀ, ਇਹਨੂੰ ਧਿਆਨ ਨਾਲ ਡਿਸਕਸ ਕਰਦੇ ਹਾਂ ਤੇ ਧਿਆਨ ਨਾਲ ਸੁਣਿਓ, ਕੰਸਨਟਰੇਟ ਹੋ ਕੇ ਜਿਹੜਾ ਹੈ ਇਸ ਨੂੰ ਤੁਸੀਂ ਸੁਣਨਾ। ਸੋ ਸਟਾਰਟ ਕਰਦੇ ਹਾਂ ਜੀ ਫਿਜ਼ੀਕਲ ਪ੍ਰੋਪਰਟੀਜ਼ ਆਫ ਅਲਕੋਹਲਸ ਦੇ ਨਾਲ। ਇਹਦੇ ਵਿੱਚ ਕੀ ਹੁੰਦਾ ਹੈ, ਦੇਖੋ ਫਸਟ ਪੁਆਇੰਟ ਦਿੱਤਾ ਗਿਆ ਕਿ ਜਿਹੜੇ ਲੋਅਰ ਮੈਂਬਰਸ ਹੁੰਦੇ ਨੇ ਅਲਕੋਹਲ ਦੇ, ਮੀਨਸ ਜੋ ਅਲਕੋਹਲਸ ਦੇ ਲੋਅਰ ਮੈਂਬਰਸ ਹੁੰਦੇ ਨੇ ਜਿਸ ਦੇ ਵਿੱਚ ਕਾਰਬਨਸ ਤੁਸੀਂ ਘੱਟ ਦੇਖਦੇ ਹੋ, ਉਹ ਕੀ ਹੁੰਦੇ ਨੇ, ਕਲਰਲੈਸ ਲਿਕੁਇਡਸ ਹੁੰਦੇ ਨੇ। ਜਿਹੜੇ ਹਾਇਰ ਮੈਂਬਰਸ ਹੁੰਦੇ ਨੇ ਉਹ ਕਲਰਲੈਸ ਹੁੰਦੇ ਨੇ, ਆਰਡਰਲੈਸ ਹੁੰਦੇ ਨੇ, ਵੈਕਸ ਲਾਈਕ ਸੋਲਿਡਸ ਹੁੰਦੇ ਨੇ। ਓਕੇ, ਤਾਂ ਇਹਦੇ ਵਿੱਚ ਕੀ ਹੁੰਦਾ, ਪਹਿਲਾ ਪੁਆਇੰਟ ਜਿਹੜਾ ਡਿਸਕਸ ਕੀਤਾ ਇਹਨਾਂ ਦੇ ਕਲਰ ਬਾਰੇ, ਆਲਮੋਸਟ ਇਹ ਕਲਰਲੈਸ ਹੁੰਦੇ ਨੇ। ਸੋ ਸੈਕਿੰਡ ਪੁਆਇੰਟ ਹੈ, ਅਲਕੋਹਲਸ ਜਿਹੜੇ ਹੁੰਦੇ ਨੇ ਇਹ ਐਸੋਸੀਏਟਡ ਮੋਲੀਕਿਊਲ ਹੁੰਦੇ ਨੇ। ਇਹਦਾ ਕੀ ਮਤਲਬ ਹੁੰਦਾ ਹੈ? ਇਹਦਾ ਮਤਲਬ ਹੁੰਦਾ ਹੈ ਕਿ ਜੋ ਜਿਵੇਂ ਇਹ ਵੀ ਇੱਕ ਅਲਕੋਹਲ ਹੈ, ਇਹ ਵੀ ਇੱਕ ਅਲਕੋਹਲ ਹੈ, ਇਹ ਵੀ ਇੱਕ ਅਲਕੋਹਲ ਹੈ, ਠੀਕ ਹੈ ਨਾ। ਸਾਰੇ ਕੀ ਨੇ, ਇੱਕ ਬੌਂਡਿੰਗ ਜਿਹੜੀ ਹੈ ਬਣ ਰਹੀ ਹੈ ਕਿਹਦੇ ਵਿਚਕਾਰ, O ਤੇ H ਦੇ ਵਿਚਕਾਰ। ਓਕੇ, ਤਾਂ ਇਹਦੇ ਵਿੱਚ ਕੀ ਹੈ, OH ਦੇ ਵਿੱਚ ਬੌਂਡਿੰਗ ਜਿਹੜੀ ਹੈ, ਜੇਕਰ ਕਾਫੀ ਸਾਰੇ ਅਲਕੋਹਲਸ ਹੁੰਦੇ ਨੇ ਤਾਂ ਉਹਨਾਂ ਦੇ ਵਿੱਚ O ਤੇ H ਦੇ ਵਿੱਚ ਬੌਂਡਿੰਗ ਬਣਦੀ ਹੈ। ਮੀਨਸ ਇਹਨਾਂ ਜਿਹੜੇ ਮੋਲੀਕਿਊਲਸ ਹੁੰਦੇ ਨੇ ਇਹਨਾਂ ਨੂੰ ਆਪਾਂ ਐਸੋਸੀਏਟਡ ਮੋਲੀਕਿਊਲ ਕਹਿੰਦੇ ਆ। ਠੀਕ ਹੈ ਜੀ, ਇਹਨਾਂ 'ਚ ਕਿਹੜੀ ਬੌਂਡਿੰਗ ਬਣ ਰਹੀ ਹੈ, ਜਾਂ ਤੁਸੀਂ ਕਹਿ ਸਕਦੇ ਹੋ ਹਾਈਡਰੋਜਨ ਬੌਂਡਿੰਗ। ਨੈਕਸਟ ਪੁਆਇੰਟ ਤੇ ਆ ਜਾਓ, ਬੋਇਲਿੰਗ ਪੁਆਇੰਟਸ ਦੀ ਗੱਲ ਕਰਦੇ ਆ। ਦੇਖੋ ਤੁਸੀਂ ਤਿੰਨ ਜਿਹੜੇ ਨੇ ਸਟਰਕਚਰਸ ਦੇਖ ਰਹੇ ਹੋਵੋਗੇ ਬੋਇਲਿੰਗ ਪੁਆਇੰਟਸ ਲਈ। ਸਭ ਤੋਂ ਪਹਿਲੇ ਦੇ ਵਿੱਚ ਤੁਸੀਂ ਦੇਖੋ ਇੱਕ ਲੀਨੀਅਰ ਜਿਹੜਾ ਹੈ ਤੁਹਾਨੂੰ ਨਜ਼ਰ ਆ ਰਿਹਾ ਮੋਲੀਕਿਊਲ, ਜਾਂ ਸੈਕਿੰਡ ਜਿਹੜਾ ਹੈ ਥੋੜੀ ਬ੍ਰਾਂਚਿੰਗ ਨਜ਼ਰ ਆ ਰਹੀ ਹੈ, ਥਰਡ ਦੇ ਵਿੱਚ ਹੈ ਹੋਰ ਜ਼ਿਆਦਾ ਬ੍ਰਾਂਚਿੰਗ ਨਜ਼ਰ ਆ ਰਹੀ ਹੈ। ਠੀਕ ਹੈ, ਤਾਂ ਤੁਸੀਂ ਇਹ ਦੇਖ ਸਕਦੇ ਹੋ ਵੀ ਸਰਫੇਸ ਕੌਣ ਕਵਰ ਕਰ ਰਿਹਾ ਜ਼ਿਆਦਾ। ਠੀਕ ਹੈ ਨਾ, ਜ਼ਿਆਦਾ ਸਰਫੇਸ ਦੇਖੋ ਤੁਸੀਂ, ਇਹ ਦੇਖੋ ਲਾਈਨ ਲਗਾ ਕੇ ਦੇਖੋ, ਇਹਦਾ ਸਰਫੇਸ ਇੰਨਾ, ਠੀਕ ਹੈ ਨਾ, ਇਹਦਾ ਸਰਫੇਸ ਇੰਨਾ, ਇਹਦਾ ਸਰਫੇਸ ਇੰਨਾ, ਠੀਕ ਹੈ ਨਾ, ਮੀਨਸ ਸਰਫੇਸ ਇਹ ਜ਼ਿਆਦਾ ਕਵਰ ਕਰ ਰਿਹਾ ਹੈ। ਓਕੇ, ਤਾਂ ਦੈਟ ਮੀਨ ਜਿੰਨਾ ਜ਼ਿਆਦਾ ਸਰਫੇਸ ਏਰੀਆ ਹੋਏਗਾ ਉਨਾ ਹੀ ਉਹਦਾ ਬੋਇਲਿੰਗ ਪੁਆਇੰਟ ਜ਼ਿਆਦਾ ਹੋਏਗਾ। ਵੈਰੀ ਸਿੰਪਲ, ਠੀਕ ਹੈ, ਇਸ ਵੇ ਦੇ ਨਾਲ ਤੁਸੀਂ ਇਹ ਲਰਨ ਕਰਨਾ ਹੈ। ਨੈਕਸਟ, ਇਹ ਤਾਂ ਅਸੀਂ ਸਿੰਪਲ ਗੱਲ ਕੀਤੀ ਹੈ, ਅਸੀਂ ਉੱਪਰ ਇੱਕੋ ਹੀ ਮੋਲੀਕਿਊਲ ਬਾਰੇ ਗੱਲ ਕੀਤੀ ਹੈ, ਬਟ ਅਗਰ ਡਿਫਰੈਂਟ ਆ ਜਾਂਦੇ ਨੇ, ਜਿਵੇਂ ਹੁਣ ਤੁਸੀਂ ਨੈਕਸਟ ਦੇਖ ਸਕਦੇ ਹੋ, ਦੈਟ ਇਜ਼ ਇਥਾਈਲ ਅਲਕੋਹਲ, ਡਾਈ ਮਿਥਾਈਲ ਈਥਰ ਐਂਡ ਪ੍ਰੋਪੇਨ। ਇਹਦੇ ਵਿੱਚ ਵੀ ਕੀ ਕਰਨਾ, ਦੇਖੋ ਇਹਦਾ ਬੋਇਲਿੰਗ ਪੁਆਇੰਟ ਪੁੱਛਿਆ ਗਿਆ ਹੈ ਕਿ ਕਿਹਦਾ ਬੋਇਲਿੰਗ ਪੁਆਇੰਟ ਹਾਈ ਹੈ ਕਿਹਦਾ ਲੋ ਹੈ। ਫਸਟ ਦੇ ਵਿੱਚ ਦੇਖੋ ਇਥਾਈਲ ਅਲਕੋਹਲ ਦਾ ਫਾਰਮੂਲਾ ਹੁੰਦਾ ਹੈ CH3CH2OH, ਹੈ ਨਾ, ਤੇ ਈਥਰ ਦਾ ਕੀ ਫਾਰਮੂਲਾ ਹੁੰਦਾ ਹੈ, ROR ਹੁੰਦਾ ਹੈ। ਠੀਕ ਹੈ, ਐਂਡ ਜੋ ਤੁਸੀਂ ਇਹਦਾ ਫਾਰਮੂਲਾ ਦੇਖ ਸਕਦੇ ਹੋ ਦੈਟ ਇਜ਼ ਪ੍ਰੋਪੇਨ। ਪ੍ਰੋਪੇਨ ਇੱਕ ਲੀਨੀਅਰ ਸਟਰਕਚਰ ਹੈ। ਤਿੰਨਾਂ ਦੇ ਵਿੱਚ ਕੀ ਹੈ, ਇਹਦਾ ਜਿਹੜਾ ਬੋਇਲਿੰਗ ਪੁਆਇੰਟ ਹੋਏਗਾ ਨਾ ਹਾਈ ਹੋਏਗਾ। ਰੀਜ਼ਨ ਇੱਕੋ ਹੀ ਹੈ, ਤੁਸੀਂ ਇਹ 'ਚ OH ਦੇਖ ਰਹੇ ਹੋ ਨਾ, OH ਮੀਨਸ ਹਾਈਡਰੋਜਨ ਬੌਂਡਿੰਗ। ਜਿੱਥੇ ਹਾਈਡਰੋਜਨ ਬੌਂਡਿੰਗ ਹੋਏਗੀ ਬਸ ਉਹਦਾ ਜਿਹੜਾ ਬੋਇਲਿੰਗ ਪੁਆਇੰਟ ਆ ਹਾਈ ਹੋਏਗਾ। ਨਾਲ ਜਿਹੜੇ ਨੇ ਕੁਝ ਵੀ ਹੋਣ, ਬਸ ਤੁਹਾਨੂੰ ਹਾਈਡਰੋਜਨ ਬੌਂਡਿੰਗ ਦਿਖ ਗਈ, ਦੈਟ ਮੀਨ ਹਾਈਐਸਟ ਬੋਇਲਿੰਗ ਪੁਆਇੰਟ। ਠੀਕ ਹੈ ਜੀ, ਸੋ ਉਸ ਤੋਂ ਜ਼ਿਆਦਾ ਜੇਕਰ ਆਪਾਂ ਗੱਲ ਕਰੀਏ ਇਹਦਾ ਬੋਇਲਿੰਗ ਪੁਆਇੰਟ ਹੁੰਦਾ ਹੈ ਲਾਸਟ ਤੇ ਕਿਹਦਾ ਹੁੰਦਾ ਹੈ, ਪ੍ਰੋਪੇਨ ਦਾ ਹੁੰਦਾ ਹੈ। ਓਕੇ, ਇਹਦੇ ਵਿੱਚ ਕੀ ਹੈ, ਫਾਰਮੇਸ਼ਨ H ਬੌਂਡਿੰਗ ਦੀ ਨਹੀਂ ਹੋ ਰਹੀ, ਬਟ ਸਟੀਰਿਕ ਹਿੰਡਰੈਂਸ ਹੈ ਇਹਦੇ ਵਿੱਚ। ਸਟੀਰਿਕ ਹਿੰਡਰੈਂਸ ਦੇ ਕਰਕੇ ਕੀ ਹੈ, ਜੋ ਹੈ ਦੈਟ ਇਜ਼ ਸਟੀਰਿਕ ਹਿੰਡਰੈਂਸ ਹੋ ਰਹੀ ਹੈ ਨਾ, ਕੌਜ਼ਡ ਬਾਈ ਅਲਕਾਈਲ ਗਰੁੱਪ, ਜਿਹਦੀ ਵਜ੍ਹਾ ਨਾਲ ਹਾਈਡਰੋਜਨ ਬੌਂਡਿੰਗ ਜਿਹੜੀ ਆ ਉਹ ਨਹੀਂ ਹੈਗੀ। ਬਸ ਸਿੰਪਲੀ ਤੁਸੀਂ ਹਾਈਐਸਟ ਯਾਦ ਰੱਖਿਓ ਇਥਾਈਲ ਅਲਕੋਹਲ ਦਾ ਹੁੰਦਾ ਹੈ। ਨੈਕਸਟ ਗੱਲ ਆ ਜਾਂਦੀ ਹੈ ਸੋਲੂਬਿਲਿਟੀ। ਹੁਣ ਜਿਹੜੇ ਅਲਕੋਹਲਸ ਹੁੰਦੇ ਨੇ ਉਹ ਸੋਲੂਬਲ ਹੁੰਦੇ ਨੇ ਜਾਂ ਨਹੀਂ ਹੁੰਦੇ। ਓਕੇ, ਇਹਦੀ ਗੱਲ ਕਰਦੇ ਹਾਂ। ਦੇਖੋ ਸੋਲੂਬਿਲਿਟੀ ਕੀ ਹੈ, ਸੋਲੂਬਿਲਿਟੀ ਇਨਵਰਸਲੀ ਪ੍ਰੋਪੋਰਸ਼ਨਲ ਹੈ। ਇਨਵਰਸਲੀ ਜੇਕਰ ਕੀ ਹੁੰਦਾ ਹੈ, ਚੇਨ ਜਿਹੜੀ ਹੈ ਕਾਰਬਨ ਚੇਨ ਵੱਧਦੀ ਜਾ ਰਹੀ ਹੈ ਤਾਂ ਸੋਲੂਬਿਲਿਟੀ ਘਟਦੀ ਜਾ ਰਹੀ ਹੈ। ਇਨਵਰਸਲੀ ਪ੍ਰੋਪੋਰਸ਼ਨਲ ਹੈ, ਡਿਕਰੀਜ਼ਿੰਗ ਹੈ। ਓਕੇ, ਇਨਕਰੀਜ਼ ਹੁੰਦਾ ਹੈ ਕਾਰਬਨ, ਜੇਕਰ ਤੁਸੀਂ ਕਾਰਬਨ ਚੇਨ ਵਧਾਈ ਜਾਓਗੇ ਹੈ ਨਾ, ਤਾਂ ਉਹਦੇ ਨਾਲ ਕੀ ਹੋਊਗਾ, ਸੋਲੂਬਿਲਿਟੀ ਘਟਦੀ ਜਾਊਗੀ। ਅਸੀਂ ਗੱਲ ਕਰ ਲੈਂਦੇ ਹਾਂ ਵਿਦ ਦੀ ਹੈਲਪ ਆਫ ਐਗਜ਼ਾਮਪਲਸ। ਇਹਦੇ ਵਿੱਚ ਦੇਖੋ, the solubility of lower alcohols in water is due to the formation of hydrogen bonds between alcohols and water molecule। ਦੇਖੋ ਇਹਦੇ ਵਿੱਚ ਕੀ ਹੈ, ਇਹ ਤੁਹਾਨੂੰ ਛੋਟਾ ਜਿਹੜਾ ਹੈ ਅਲਕੋਹਲ ਨਜ਼ਰ ਆ ਰਿਹਾ, ਇਹ ਥੋੜਾ ਜਿਹਾ ਇਨਕਰੀਜ਼ ਹੋ ਗਿਆ, ਇਹ ਹੋਰ ਵੀ ਇਨਕਰੀਜ਼ ਹੋ ਗਿਆ। ਤੈਨੂੰ ਐਵੇਂ ਨਹੀਂ ਲੱਗ ਰਿਹਾ ਵੀ ਜਿਵੇਂ ਚੇਨ ਜਿਹੜੀ ਉਹ ਇਨਕਰੀਜ਼ ਹੋ ਰਹੀ ਹੈ ਨਾ, ਚੇਨ ਦੇ ਇਨਕਰੀਜ਼ ਹੋਣ ਦੇ ਨਾਲ ਸੋਲੂਬਿਲਿਟੀ ਜਿਹੜੀ ਹੈਗੀ ਹੈ ਉਹ ਘਟਦੀ ਹੈ, ਡਿਕਰੀਜ਼ ਹੁੰਦੀ ਹੈ।
ਇਹਦੀ ਸੋਲੂਬਿਲਿਟੀ ਸਭ ਤੋਂ ਜ਼ਿਆਦਾ ਹੈ, ਠੀਕ ਹੈ। ਇਹਦੀ ਕੀ ਹੈ, ਘੱਟ ਹੈ, ਇਹਦੀ ਉਸ ਤੋਂ ਵੀ ਜ਼ਿਆਦਾ ਘੱਟ ਹੈ। ਸਮਝ ਆ ਗਿਆ। ਬਿਕੋਜ਼ ਜਿਹੜੀ ਫਾਰਮੇਸ਼ਨ ਹੈ ਨਾ ਇੱਥੇ ਹਾਈਡਰੋਜਨ ਬੌਂਡਿੰਗ ਜਿਹੜੀ ਹੈ, ਜਦੋਂ ਤੁਸੀਂ ਵਾਟਰ ਦੇ ਵਿੱਚ ਇਹਨੂੰ ਐਡ ਕਰੋਗੇ, ਓਕੇ, ਮੈਕਸੀਮਮ ਜਿਹੜੇ ਹੈਗੇ ਨੇ ਚਾਂਸਿਸ ਨੇ ਹਾਈਡਰੋਜਨ ਬੌਂਡਿੰਗ ਬਣਨ ਦੇ। ਬਟ ਜਿੰਨਾ ਜ਼ਿਆਦਾ ਇਨਕਰੀਜ਼ਿੰਗ ਹੁੰਦਾ ਜਾਊਗਾ ਇਹ ਪੋਰਸ਼ਨ, ਉਨੇ ਜ਼ਿਆਦਾ ਚਾਂਸਿਸ ਕੀ ਹੋ ਜਾਣਗੇ, ਐਚ ਬੌਂਡਿੰਗ ਦੇ ਘਟ ਜਾਣਗੇ। ਸੋ ਨੈਕਸਟ ਦੇਖਦੇ ਹਾਂ ਜੀ, ਸੋਲੂਬਿਲਿਟੀ ਦਾ ਕੀ ਫਰਕ ਪੈਂਦਾ ਬ੍ਰਾਂਚਿੰਗ ਨਾਲ। ਉੱਪਰ ਵਾਲਾ ਤਾਂ ਅਸੀਂ ਸਿੰਪਲ ਲੀਨੀਅਰ ਦੀ ਗੱਲ ਕੀਤੀ ਹੈ, ਹੁਣ ਬ੍ਰਾਂਚਿੰਗ ਨਾਲ ਕੀ ਫਰਕ ਪੈਂਦਾ ਹੈ। ਦੇਖੋ ਇਹ ਤਾਂ ਹੈ ਸਿੰਪਲ, ਇਹ ਤੇ ਇੱਕ ਬ੍ਰਾਂਚ ਅਸੀਂ ਲਗਾ ਦਿੱਤੀ ਹੈ, CH3 ਬ੍ਰਾਂਚਿੰਗ 'ਚ ਲਗਾਇਆ, ਤੇ ਜੇਕਰ OH ਵੀ ਬ੍ਰਾਂਚਿੰਗ 'ਚ ਲਗਾਇਆ, ਤੇ ਇੱਥੇ ਕੀ ਹੈ, ਦੋਨੋਂ ਹੀ ਜਿਹੜੇ ਨੇ CH3 ਬ੍ਰਾਂਚਿੰਗ ਦੇ ਵਿੱਚ ਲਗਾਏ ਗਏ ਨੇ। ਓਕੇ, ਤੁਸੀਂ ਇਹ ਦੇਖ ਸਕਦੇ ਹੋ ਵੀ ਇਹ ਸਾਰੇ ਇੱਕੋ ਹੀ ਨੇ। ਓਕੇ, ਸਾਰਿਆਂ ਦਾ ਜਿਹੜਾ ਸਟਰਕਚਰ ਹੈ, ਮੋਲੀਕੂਲਰ ਫਾਰਮੂਲਾ ਜਿਹੜਾ ਹੈ ਸੇਮ ਹੈ, ਬਟ ਡਿਫਰੈਂਟ ਕੀ ਹੈ, ਸਟਰਕਚਰ ਡਿਫਰੈਂਟ ਹੋ ਚੁੱਕੀ ਹੈ। ਓਕੇ, ਤਾਂ ਸਭ ਤੋਂ ਜ਼ਿਆਦਾ ਜਿਹੜਾ ਸੋਲੂਬਿਲਿਟੀ ਹੋਏਗੀ, ਸੋਲੂਬਲ ਸਭ ਤੋਂ ਜ਼ਿਆਦਾ ਕੌਣ ਹੋਏਗਾ, ਜਿੰਨਾ ਜ਼ਿਆਦਾ ਸਰਫੇਸ ਏਰੀਆ ਘੱਟ, ਹੁਣੀ ਦੱਸਿਆ ਸੀ ਨਾ ਉੱਪਰ, ਸਰਫੇਸ ਏਰੀਆ ਘੱਟ ਹੋਏਗਾ, ਇਹਦਾ ਸਰਫੇਸ ਏਰੀਆ ਸਿਰਫ ਇੰਨਾ ਕੁ ਹੈ, ਇਹਦਾ ਜ਼ਿਆਦਾ ਹੈ, ਇਹਦਾ ਵੀ ਜ਼ਿਆਦਾ ਹੈ, ਇਹਦੇ ਵਿੱਚ ਕੀ ਹੈ, ਇਹਦਾ ਸਭ ਤੋਂ ਘੱਟ ਸਰਫੇਸ ਏਰੀਆ ਹੈ, ਠੀਕ ਹੈ ਨਾ। ਤਾਂ ਸਰਫੇਸ ਏਰੀਆ ਘੱਟ ਹੋਊਗਾ, ਉਹੀ ਸਭ ਤੋਂ ਜ਼ਿਆਦਾ ਸੋਲੂਬਲ ਹੋਊਗੀ। ਓਕੇ, ਸੋ ਦੇਖ ਸਕਦੇ ਹੋ ਐਜ਼ ਦਾ ਬ੍ਰਾਂਚਿੰਗ ਇਨਕਰੀਜ਼ਿਸ, ਸਰਫੇਸ ਏਰੀਆ ਕੀ ਹੋ ਰਿਹਾ, ਡਿਕਰੀਜ਼, ਐਂਡ ਸੋਲੂਬਿਲਿਟੀ ਇਨਕਰੀਜ਼ਿਸ। ਸਭ ਤੋਂ ਘੱਟ ਜਿਹੜਾ ਤੁਸੀਂ ਕਹਿ ਸਕਦੇ ਹੋ ਸੋਲੂਬਿਲਿਟੀ ਇਹਦੀ ਸਭ ਤੋਂ ਘੱਟ ਹੋਏਗੀ। ਨੈਕਸਟ ਗੱਲ ਕਰ ਲੈਂਦੇ ਹਾਂ ਜੀ ਆਪਾਂ ਫਿਜ਼ੀਕਲ ਪ੍ਰੋਪਰਟੀਜ਼ ਆਫ ਫਿਨੋਲ ਬਾਰੇ। ਇਹਦੇ ਵਿੱਚ ਕੀ ਹੈ, ਫਸਟ ਪੁਆਇੰਟ ਇਹਦਾ ਵੀ ਕੀ ਹੈ, ਬੋਇਲਿੰਗ ਪੁਆਇੰਟਸ। ਸਭ ਤੋਂ ਜ਼ਿਆਦਾ ਬੋਇਲਿੰਗ ਪੁਆਇੰਟ ਹਾਈ ਕਿਹਦਾ ਹੋਏਗਾ, ਦੇਖੋ ਫਿਨੋਲ ਦਾ। ਇਹ ਕੀ ਹੈ, ਦਿਸ ਇਜ਼ ਵਾਟ, ਇਹਦੇ ਉੱਪਰ CH3 ਲੱਗਿਆ ਹੋਇਆ ਨਾ, ਇਹਨੂੰ ਕੀ ਕਹਿੰਦੇ ਨੇ, ਟੋਲੂਇਨ। ਓਕੇ, ਇਹ ਹੈਗਾ ਤੁਹਾਡੇ ਕੋਲੇ ਕੌਣ, ਅਲਕੋਹਲ। ਓਕੇ, ਨਾ ਸੌਰੀ ਫਿਨੋਲ, ਠੀਕ ਹੈ। ਫਿਨੋਲ ਦੇ ਵਿੱਚ ਕੀ ਹੁੰਦਾ ਹੈ, ਇਹਦੇ ਉੱਪਰ ਤੁਸੀਂ ਦੇਖ ਸਕਦੇ ਹੋ ਐਚ ਬੌਂਡਿੰਗ ਹੋ ਰਹੀ ਹੈ, ਜੋ ਹਾਈਡਰੋਜਨ ਬੌਂਡਿੰਗ ਹੈ ਉਹ ਕੌਜ਼ ਕਰਦੀ ਹੈ, ਉਹ ਕੀ ਕਰਦੀ ਹੈ, ਬੋਇਲਿੰਗ ਪੁਆਇੰਟ ਨੂੰ ਇਨਕਰੀਜ਼ ਕਰਦੀ ਹੈ। ਸੋ ਇਹਦੇ ਵਿੱਚ ਬੋਇਲਿੰਗ ਪੁਆਇੰਟ ਫਿਨੋਲ ਦਾ ਜ਼ਿਆਦਾ ਹੋਏਗਾ। ਸੋਲੂਬਿਲਿਟੀ ਦੀ ਗੱਲ ਕਰ ਦਿੰਦੇ ਹਾਂ ਕਿ ਜੋ ਫਿਨੋਲ ਹੁੰਦੇ ਨੇ ਉਹ ਜਿਹੜਾ ਹੈ ਵਾਟਰ ਦੇ ਵਿੱਚ ਤਾਂ ਇਨਸੋਲੂਬਲ ਹੁੰਦੇ ਨੇ ਡਿਊ ਟੂ ਲਾਰਜ ਨੋਨ ਪੋਲਰ ਪਾਰਟ। ਓਕੇ, ਵੈਰੀ ਸਿੰਪਲ। ਦੇਖੋ ਇਹ ਫਿਨੋਲ ਹੈ, ਫਿਨੋਲ ਦਾ ਜਿਹੜਾ ਇਹ ਵਾਲਾ ਪਾਰਟ ਤੁਸੀਂ ਦੇਖ ਰਹੇ ਹੋ ਨਾ, ਇਹ ਵਾਲਾ ਜਿਹੜਾ ਮੈਂ ਸਰਕਲ ਕਰ ਰਹੀ ਹਾਂ, ਇਹਨੂੰ ਨੋਨ ਪੋਲਰ ਪਾਰਟ ਕਹਿੰਦੇ ਨੇ, ਠੀਕ ਹੈ। ਜਿਹੜਾ ਨੋਨ ਪੋਲਰ ਪਾਰਟ ਹੈ ਇਹ ਵਾਟਰ ਦੇ ਵਿੱਚ ਸੋਲੂਬਲ ਨਹੀਂ ਹੁੰਦਾ, ਇਸ ਕਰਕੇ ਇਹਨਾਂ ਦੀ ਜਿਹੜੀ ਸੋਲੂਬਿਲਿਟੀ ਹੈ ਵਾਟਰ ਦੇ ਵਿੱਚ ਨਹੀਂ ਹੁੰਦੀ, ਇਨਸੋਲੂਬਲ ਹੁੰਦੇ ਨੇ ਜੀ ਇਹ ਵਾਟਰ ਦੇ ਵਿੱਚ। ਤੁਸੀਂ ਕਹੋਗੇ ਡਿਊ ਟੂ ਨੋਨ ਪੋਲਰ ਪਾਰਟ। ਨੈਕਸਟ ਇੱਕ ਨੋਟ ਹੈ, ਇਹਦੇ ਵਿੱਚ ਕੀ ਦਿੱਤਾ ਗਿਆ, ਅਲਕੋਹਲਸ ਐਕਟ ਐਜ਼ ਨਿਊਕਲੀਓਫਾਈਲਸ ਐਜ਼ ਵੈਲ ਐਜ਼ ਇਲੈਕਟ੍ਰੋਫਾਈਲਸ। ਇਹ ਇੰਪੋਰਟੈਂਟ ਨੋਟ ਹੈ, ਇਹਦੇ ਬੇਸ ਤੇ ਅਸੀਂ ਕਿਉਂਕਿ ਹੁਣ ਕੈਮੀਕਲ ਪ੍ਰੋਪਰਟੀਜ਼ ਕਰਨੀਆਂ ਨੇ, ਤਾਂ ਥੋੜਾ ਜਿਹਾ ਆਈਡੀਆ ਰੱਖਿਓ ਕਿ ਜਿਹੜੇ ਅਲਕੋਹਲਸ ਨੇ ਇਹ ਦੋਨੋਂ ਤਰ੍ਹਾਂ ਹੀ ਰਿਐਕਟ ਕਰਦੇ ਨੇ, ਨਿਊਕਲੀਓਫਾਈਲਸ ਵੀ ਤੇ ਇਲੈਕਟ੍ਰੋਫਾਈਲਸ ਵੀ। ਜਿੱਥੇ ਤੁਸੀਂ ਨਿਊਕਲੀਓਫਾਈਲਸ ਦੀ ਗੱਲ ਕਰਨੀ ਆ ਉੱਥੇ ਤਾਂ ਆਪਾਂ ਬ੍ਰੇਕ ਕਰਾਂਗੇ OH ਬੌਂਡ ਨੂੰ, ਮੈਂ ਦੁਬਾਰਾ ਕਰੂੰਗੀ ਡਿਸਕਸ ਇਹਦੇ ਵਿੱਚ ਹੀ ਥੋੜਾ ਜਿਹਾ, ਇਸ ਤੋਂ ਬਾਅਦ ਡਿਸਕਸ ਕਰਾਂਗੇ। ਇਲੈਕਟ੍ਰੋਫਾਈਲਸ ਜਿਹੜੇ ਹੁੰਦੇ ਨੇ ਇਹਦੇ ਵਿੱਚ ਕਿਹਦੀ ਬ੍ਰੇਕੇਜ ਹੁੰਦੀ ਆ, CO ਦੀ, ਧਿਆਨ ਰੱਖਣਾ ਇਹ ਪੁਆਇੰਟਸ ਨੂੰ ਨੋਟ ਕਰ ਲਓ, ਕਿਉਂਕਿ ਜਦੋਂ ਕੈਮੀਕਲ ਪ੍ਰੋਪਰਟੀਜ਼ ਕਰਾਂਗੇ ਨਾ ਤੇ ਦੋਨੋਂ ਪਾਰਟਸ ਜਿਹੜੇ ਨੇ ਤੁਹਾਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੈਮੀਕਲ ਰਿਐਕਸ਼ਨਸ ਜਿਹੜੀਆਂ ਨੇ ਲਰਨ ਕਰਨੀਆਂ ਪੈਣਗੀਆਂ। ਤਾਂ ਨਿਊਕਲੀਓਫਾਈਲਸ ਦੇ ਵਿੱਚ OH ਵਾਲਾ ਬੌਂਡ ਟੁੱਟਦਾ ਹੁੰਦਾ, ਜਦੋਂ ਇਲੈਕਟ੍ਰੋਫਾਈਲਸ ਵਾਲੀਆਂ ਰਿਐਕਸ਼ਨ ਆਉਣਗੀਆਂ ਉਦੋਂ CO ਵਾਲਾ ਬੌਂਡ ਟੁੱਟੇਗਾ। ਅੱਗੇ ਗੱਲ ਕਰ ਲੈਂਦੇ ਹਾਂ, ਵਾਟਰ ਇਜ਼ ਅ ਬੈਟਰ ਐਸਿਡ ਦੈਨ ਅਲਕੋਹਲ। ਕੁਝ ਨੋਟ ਨੇ, ਕੁਝ ਕੁਐਸਚਨਸ ਨੇ, ਸ਼ਾਰਟ ਜਿਹੜੇ ਇਹਨਾਂ ਨੂੰ ਕੁਐਸਚਨ ਕਹਿ ਸਕਦੇ ਹੋ, ਪੇਪਰ 'ਚ ਵੀ ਆ ਸਕਦਾ ਹੈ ਕਿ ਵਾਟਰ ਜਿਹੜਾ ਹੈ ਉਹ ਬੈਟਰ ਐਸਿਡ ਹੈ ਅਲਕੋਹਲ ਨਾਲੋਂ, ਵਾਈ। ਦੇਖੋ ਜਦੋਂ ਐਸਿਡ ਦੀ ਗੱਲ ਹੁੰਦੀ ਹੈ ਨਾ ਉਦੋਂ ਇੱਕ ਪੁਆਇੰਟ ਯਾਦ ਕਰ ਲਓ, ਰਿਲੀਜ਼ ਆਫ H ਪੋਜ਼ਿਟਿਵ ਆਇਨ, ਠੀਕ ਹੈ। ਬਸ ਇਹ 'ਚ ਇੱਕ ਵਰਡ ਯਾਦ ਰੱਖਣਾ ਤੁਸੀਂ, ਰਿਲੀਜ਼ ਆਫ H ਪੋਜ਼ਿਟਿਵ ਆਇਨ। ਜਿਹੜਾ ਸਭ ਤੋਂ ਸੌਖਾ ਜਿਹੜਾ ਤਰੀਕੇ ਨਾਲ ਰਿਲੀਜ਼ ਕਰ ਦੂਗਾ ਉਹ ਵਧੀਆ ਐਸਿਡ ਹੋਊਗਾ, ਜਿਹੜਾ ਨਹੀਂ ਕਰ ਪਾਊਗਾ ਉਹ ਵੀਕ ਹੋਏਗਾ, ਠੀਕ ਹੈ। ਤਾਂ ਤੁਸੀਂ ਇਹ ਸਮਝ ਸਕਦੇ ਹੋ ਵੀ ਜਿਹੜਾ ਵਾਟਰ ਹੈ ਉਹ ਈਜ਼ਲੀ ਤਰੀਕੇ ਦੇ ਨਾਲ H ਪੋਜ਼ਿਟਿਵ ਨੂੰ ਰਿਲੀਜ਼ ਕਰ ਸਕਦਾ ਹੈ, ਬਟ ਜਿਹੜੀ ਅਲਕੋਹਲ ਹੈ ਉਹ H ਪੋਜ਼ਿਟਿਵ ਨੂੰ ਆਪਣੇ ਵਿੱਚੋਂ ਰਿਲੀਜ਼ ਨਹੀਂ ਹੋਣ ਦਿੰਦਾ। ਕਿਉਂ, ਕਾਰਨ ਕੀ ਹੈ, ਕਾਰਨ ਇਹੀ ਹੈ ਕਿ ਇਹ ਹੁੰਦਾ ਇਲੈਕਟ੍ਰੋਨ ਡੋਨੇਟਿੰਗ ਗਰੁੱਪ। ਓਕੇ, ਇਹ ਕੀ ਕਰਦਾ ਹੈ, H ਪੋਜ਼ਿਟਿਵ ਨੂੰ ਜਾਣ ਤੋਂ ਰੋਕਦਾ, ਠੀਕ ਹੈ। ਬਟ ਇਹਦੇ ਵਿੱਚ ਕੋਈ R ਨਹੀਂ ਹੈਗਾ, ਇਸ ਕਰਕੇ ਇਹਦੇ ਵਿੱਚ ਜਿਹੜਾ H ਹੈ ਉਹ ਈਜ਼ਲੀ ਰਿਮੂਵ ਹੋ ਜਾਂਦਾ ਹੈ। ਜੇ ਚੋਂ ਈਜ਼ਲੀ ਰਿਮੂਵ ਹੋ ਜਾਵੇ ਉਹ ਕੀ ਹੁੰਦੇ ਨੇ, ਬੈਟਰ ਐਸਿਡ ਹੁੰਦੇ ਨੇ। ਅੱਗੇ ਗੱਲ ਕਰ ਲੈਂਦੇ ਹਾਂ, ਐਸਿਡਿਕ ਕਰੈਕਟਰ ਆਫ 1 ਡਿਗਰੀ 2 ਡਿਗਰੀ ਐਂਡ 3 ਡਿਗਰੀ ਅਲਕੋਹਲ। ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ, ਤੁਹਾਨੂੰ ਆਰਡਰ ਪੁੱਛਿਆ ਜਾ ਸਕਦਾ ਹੈ ਕਿ 1 ਡਿਗਰੀ ਅਲਕੋਹਲ ਜ਼ਿਆਦਾ ਐਸਿਡਿਕ ਹੁੰਦੇ ਨੇ ਜਾਂ ਕਿਹੜੇ। ਹੁਣੀ ਮੈਂ ਜਿਹੜਾ ਮੇਨ ਕਨਸੈਪਟ ਤੁਹਾਨੂੰ ਸਿਖਾਇਆ ਉਹੀ ਇਹ ਤੇ ਕਨਸੈਪਟ ਲਾਉਣਾ ਹੈ।
ਦੇਖੋ ਇਹਦੇ ਵਿੱਚ ਤਾਂ ਕੀ ਹੈ, ਤਿੰਨ ਤਿੰਨ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਲੱਗੇ ਹੋਏ ਨੇ, ਤਾਂ ਇਹ ਕਦੋਂ ਚਾਹਣਗੇ ਕਿ H ਪੋਜ਼ਿਟਿਵ ਦੂਰ ਜਾਵੇ, ਠੀਕ ਹੈ ਨਾ। ਸੋ ਇਸ ਕਰਕੇ ਇਹ ਜਿਹੜੇ ਨੇ ਇਹ ਰਿਲੀਜ਼ ਬਿਲਕੁਲ ਵੀ ਨਹੀਂ ਹੋਣ ਦੇਣਗੇ। ਤੇ ਜਿਹੜੇ ਇਹ ਨੇ ਇੱਥੇ ਦੋ ਨੇ, ਚਲੋ ਘੱਟ ਨੇ ਹਨਾ, ਇੱਥੇ ਤਾਂ ਵਿਚਾਰਾ ਇੱਕੋ ਹੀ ਹੈ। ਸੋ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਵੀ ਇੱਥੇ ਤਾਂ ਜਮਾ ਹੀ ਪੋਸੀਬਿਲਿਟੀ ਨਹੀਂ ਹੈਗੀ ਓਕੇ H ਪੋਜ਼ਿਟਿਵ ਰਿਲੀਜ਼ ਹੁੰਦੀ। ਇੱਥੇ ਥੋੜਾ ਜਿਹਾ ਰਿਲੀਜ਼ ਕਰਨ ਦੇ ਸਕਦੇ ਨੇ, ਇੱਥੇ ਹੋਰ ਥੋੜੀ ਜਿਹੀ ਰਿਲੈਕਸੇਸ਼ਨ ਜ਼ਿਆਦਾ ਹੈ। ਤਾਂ ਤੁਸੀਂ ਸਮਝ ਗਏ 1 ਡਿਗਰੀ ਦੇ ਵਿੱਚ H ਪੋਜ਼ਿਟਿਵ ਥੋੜਾ ਈਜ਼ੀਲੀ ਜਾ ਸਕਦਾ ਹੈ, ਇਹਦੇ ਵਿੱਚ ਥੋੜਾ ਟਫ ਵੇ ਨਾਲ ਜਾਊਗਾ, ਇਹ 'ਚ ਬਿਲਕੁਲ ਹੀ ਟਫ ਵੇ ਨਾਲ ਜਾਊਗਾ। ਸੋ ਇਸ ਕਰਕੇ 1 ਡਿਗਰੀ ਜਿਹੜੇ ਨੇ ਉਹ ਜ਼ਿਆਦਾ ਐਸਿਡਿਕ ਹੁੰਦੇ ਨੇ 2 ਡਿਗਰੀ ਨਾਲੋਂ ਤੇ 3 ਡਿਗਰੀ ਨਾਲੋਂ। ਨੈਕਸਟ ਇੱਕ ਟਰਮ ਆਉਂਦੀ ਹੈ ਜਿਹਨੂੰ ਕਹਿੰਦੇ ਨੇ ਬ੍ਰੌਨਸਟਿਡ ਬੇਸਿਸ। ਹੁਣ ਬ੍ਰੌਨਸਟਿਡ ਬੇਸਿਸ ਕਿਹੜੇ ਹੁੰਦੇ ਨੇ? ਇਟ ਕੈਨ ਈਜ਼ੀਲੀ ਅਸੈਪਟ H ਪੋਜ਼ਿਟਿਵ। ਜਿਹੜੇ ਦੇਖੋ ਐਸੇ ਜਿਹੜੇ ਅਲਕੋਹਲਸ ਨੇ ਇਹ ਆਰ H ਪੋਜ਼ਿਟਿਵ ਨੂੰ ਜਾਣ ਤਾਂ ਦਿੰਦਾ ਨਹੀਂ, ਬਟ ਜੇ ਇਹਦੇ ਵਿੱਚ ਕੋਈ H ਪੋਜ਼ਿਟਿਵ ਐਡ ਕਰਦੇ ਆ ਤਾਂ ਉਹਨੂੰ ਇਹ ਬਿਲਕੁਲ ਹੀ ਅਸੈਪਟ ਕਰ ਲੈਂਦਾ ਵੀ ਹਾਂ ਠੀਕ ਹੈ। ਤਾਂ ਅਸੈਪਟ ਕਰਦੇ ਨੇ ਜਿਹੜੇ H ਪੋਜ਼ਿਟਿਵ ਨੂੰ ਉਹ ਬ੍ਰੌਨਸਟਿਡ ਬੇਸਿਸ ਹੁੰਦੇ ਨੇ। ਐਗਜ਼ਾਮ ਦੇ ਵਿੱਚ ਤੁਹਾਨੂੰ ਆ ਸਕਦਾ ਬ੍ਰੌਨਸਟਿਡ ਬੇਸਿਸ ਦੱਸੋ ਕਿਹੜੇ ਨੇ, ਤਾਂ ਉੱਥੇ ਆਪਸ਼ਨ ਦੇ ਦਿੱਤੇ ਜਾਣਗੇ ਤੁਹਾਨੂੰ, ਅਲਕੋਹਲ, ਵਾਟਰ, ਠੀਕ ਹੈ ਨਾ, ਈਥਰ, ਬਥੇਰੀਆਂ ਜਿਹੜੀਆਂ ਐਗਜ਼ਾਮਪਲ ਦੇ ਸਕਦੇ ਨੇ ਉਹ। ਤਾਂ ਤੁਸੀਂ ਯਾਦ ਰੱਖਣਾ ਵੀ ਜਿਹੜੇ ਈਜ਼ੀਲੀ H ਪੋਜ਼ਿਟਿਵ ਨੂੰ ਕੀ ਕਰਦੇ ਨੇ, ਰਿਸੀਵ ਕਰਦੇ ਨੇ, ਉਹਨੂੰ ਕੀ ਕਿਹਾ ਜਾਂਦਾ, ਬ੍ਰੌਨਸਟਿਡ ਬੇਸਿਸ। ਨੈਕਸਟ ਗੱਲ ਕਰ ਲੈਂਦੇ ਹਾਂ ਕੈਮੀਕਲ ਪ੍ਰੋਪਰਟੀਜ਼, ਜੋ ਮੈਂ ਤੁਹਾਡੇ ਨਾਲ ਡਿਸਕਸ ਕਰ ਰਹੀ ਸੀ ਉੱਪਰ 2 ਪੁਆਇੰਟਸ ਮੇ ਬੀ ਹੁਣ ਤੁਸੀਂ ਲਰਨ ਕਰ ਲਏ ਹੋਣਗੇ, ਨੋਟ ਕਰ ਲਏ ਹੋਣਗੇ। ਹੁਣ ਆ ਜਾਓ ਉਹਨਾਂ ਪੁਆਇੰਟਸ ਦੇ ਉੱਤੇ। ਕੈਮੀਕਲ ਪ੍ਰੋਪਰਟੀਜ਼ ਗੱਲ ਕਰਦੇ ਹਾਂ ਅਲਕੋਹਲਸ ਦੀ, ਜਿਹਦੇ ਵਿੱਚ ਦੇਖੋ ਮੇਨ 3 ਪਾਰਟ ਹੋਣਗੇ। ਕਿੰਨੇ ਪਾਰਟ ਹੋਣਗੇ? 3, A B C। ਇੱਕ ਦੇ ਵਿੱਚ ਤਾਂ ਅਸੀਂ ਕਲੀਵੇਜ ਕਰਾਂਗੇ, A ਦੇ ਵਿੱਚ ਤਾਂ ਕਲੀਵੇਜ ਕਰਾਂਗੇ O ਤੇ H ਬੌਂਡ ਦੀ, ਠੀਕ ਹੈ ਜੀ। ਤੇ ਜਿਹੜੇ B ਹੋਣਗੇ ਉਹਦੇ ਚ ਕਲੀਵੇਜ ਕਰਾਂਗੇ C ਤੇ O ਬੌਂਡ ਦੀ। ਜਿਹੜੇ C ਵਾਲੀਆਂ ਰਿਐਕਸ਼ਨਸ ਹੋਣਗੇ ਉਹ ਇਹਨਾਂ ਦੋਨਾਂ ਤੋਂ ਡਿਫਰੈਂਟ ਹੋਣਗੀਆਂ, ਉਹ ਸੈਪਰੇਟਲੀ ਗੱਲ ਕਰਾਂਗੇ ਓਕੇ। ਸੋ ਫਸਟ ਤੇ ਆ ਜਾਓ, ਫਸਟ ਦੇ ਵਿੱਚ ਪੁਆਇੰਟਸ ਜਿਹੜੇ ਹੋਣਗੇ ਨੋਟ ਕਰਦੇ ਜਾਇਓ। ਪਹਿਲੀ ਹੈਗੀ ਆ ਕਲੀਵੇਜ ਆਫ ਆਕਸੀਜਨ ਹਾਈਡਰੋਜਨ ਬੌਂਡ ਦੇ ਅੰਦਰ ਅਸੀਂ ਡਿਸਕਸ ਕਰਾਂਗੇ ਫਸਟ ਰਿਐਕਸ਼ਨ। ਦੇਖੋ ਕੈਮੀਕਲ ਪ੍ਰੋਪਰਟੀਜ਼ ਅਲਕੋਹਲਸ ਦੀਆਂ ਨੇ, ਇਸ ਕਰਕੇ ਅਲਕੋਹਲ ਰਿਐਕਟ ਕਰੂਗੀ ਪਹਿਲੀ ਗੱਲ ਕਿਹਦੇ ਨਾਲ, ਮੈਟਲ ਨਾਲ। ਸੋ ਪਹਿਲੀ ਰਿਐਕਸ਼ਨ ਅਸੀਂ ਮੈਟਲ ਨਾਲ ਕਰਵਾ ਰਹੇ ਹਾਂ। ਇਹ ਹੈਗੀ ਅਲਕੋਹਲ, ਦਿਸ ਇਜ਼ ਮੈਟਲ। ਜਦੋਂ ਦੋਨੋਂ ਰਿਐਕਟ ਕਰਨਗੇ ਮੈਂ ਦੱਸਿਆ ਸੀ ਨਾ ਕਿਹੜਾ ਬੌਂਡ ਬ੍ਰੇਕ ਹੋਊਗਾ, OH। OH ਬੌਂਡ ਨੂੰ ਬ੍ਰੇਕ ਕਰ ਦੋ, ਇੱਥੇ ਜਿਹੜਾ ਹੈ ਸੋਡੀਅਮ ਉਹਦੇ ਨਾਲ ਅਟੈਚ ਹੋ ਜਾਊਗਾ ਤੇ ਵਾਟਰ ਕੀ ਹੋ ਜਾਊਗਾ, ਰਿਲੀਜ਼। ਸੋ ਸੇਮ ਜਿਹੜੀ ਹੈ ਸੈਕਿੰਡ ਰਿਐਕਸ਼ਨ ਵੀ ਐਗਜ਼ੈਕਟਲੀ ਸੇਮ ਹੈ, ਇਹ ਵੀ ਮੈਟਲ ਐਡ ਕੀਤਾ ਹੋਇਆ, ਉਹਦੀ ਤੁਸੀਂ ਯਾਦ ਕਰ ਸਕਦੇ ਹੋ C2H5OMg। ਅੱਛਾ ਇਹਦੇ ਪੈਰ ਦੇ ਵਿੱਚ 2 ਕਿਉਂ ਆਇਆ? ਕਿਉਂਕਿ ਮੈਗਨੀਸ਼ੀਅਮ ਦੀ ਵੈਲੈਂਸੀ ਕਿੰਨੀ ਹੁੰਦੀ ਹੈ, 2, ਇਸ ਕਰਕੇ ਇਹਦੇ ਪੈਰ 'ਚ 2 ਆਇਆ। C2H5O ਦੀ ਵੈਲੈਂਸੀ ਕਿੰਨੀ ਹੁੰਦੀ ਹੈ, 1, ਇਸ ਕਰਕੇ ਮੈਗਨੀਸ਼ੀਅਮ ਦੇ ਪੈਰ ਦੇ ਵਿੱਚ 1 ਹੀ ਹੈ, ਠੀਕ ਹੈ ਜੀ। ਸੈਕਿੰਡ ਜਿਹੜੀ ਹੈ ਰਿਐਕਸ਼ਨ ਹੈਗੀ ਹੈ ਰਿਐਕਸ਼ਨ ਵਿਦ ਮੈਟਲ ਹਾਈਡਰਾਈਡ। ਪਹਿਲੀ ਰਿਐਕਸ਼ਨ ਸੀ ਮੈਟਲ ਨਾਲ, ਹੁਣ ਹੈਗੀ ਹੈ ਮੈਟਲ ਹਾਈਡਰਾਈਡ ਨਾਲ। ਸੇਮ ਹੀ ਤੁਸੀਂ ਅਲਕੋਹਲ ਲੈਣੀ ਆ, ਮੈਟਲ ਹਾਈਡਰਾਈਡ ਐਡ ਕਰ ਲੈਣਾ ਤੇ ਉਹਦੇ ਵਿੱਚ ਇਹ ਬੌਂਡ ਜਿਹੜਾ ਬ੍ਰੇਕ ਹੋ ਜਾਊਗਾ, Na ਦੇ ਨਾਲ ਅਟੈਚ ਕਰ ਦਿਓ, H2 ਕੀ ਹੋ ਜਾਊਗਾ, ਰਿਮੂਵ। ਨੈਕਸਟ ਹੈਗਾ ਐਸਟੈਰੀਫਿਕੇਸ਼ਨ। ਇਹਦੇ ਵਿੱਚ ਕੀ ਹੁੰਦਾ ਹੈ, ਦੈਟ ਇਜ਼ ਤੁਸੀਂ ਅਲਕੋਹਲ ਲੈਣਾ, ਅਲਕੋਹਲ ਲੈ ਕੇ ਐਸਟੈਰੀਫਿਕੇਸ਼ਨ ਦੇ ਵਿੱਚ ਤੁਸੀਂ ਕੀ ਲੈਣਾ ਹੁੰਦਾ, ਦੈਟ ਇਜ਼ CH3COOH। ਐਸਟੈਰੀਫਿਕੇਸ਼ਨ ਮਤਲਬ ਤੁਹਾਡੇ ਕੋਲੇ ਐਸਟਰ ਬਣੇਗਾ, ਕਲੀਅਰ। CH3COOH ਇਹਦੇ ਨਾਲ ਕੀ ਹੋਏਗਾ, ਇਹ ਬੌਂਡ ਜਿਹੜਾ ਬ੍ਰੇਕ ਹੋ ਜਾਊਗਾ ਤੇ ਇਹ ਪਾਰਟ ਜਿਹੜਾ ਹੈ ਰਿਮੂਵ ਹੋ ਜਾਊਗਾ ਤੇ ਇਹ ਵਾਲਾ ਪਾਰਟ ਉਹਦੇ ਨਾਲ ਅਟੈਚ ਹੋ ਜਾਊਗਾ। ਦੇਖੋ ਕੀ ਬਣ ਜਾਊਗਾ, ਐਸਟਰ। ਇਹਨੂੰ ਕਹਿੰਦੇ ਨੇ ਐਸਟਰ। ਕਿਹੜੀਆਂ ਰਿਐਕਸ਼ਨਸ ਨੇ ਇਹ, ਦੈਟ ਇਜ਼ ਨਿਊਕਲੀਓਫਿਲਿਕ ਓਕੇ। ਨਿਊਕਲੀਓਫਿਲਿਕ ਹੁੰਦੇ ਨੇ, ਨਿਊਕਲੀਓਫਾਈਲ ਮਤਲਬ ਪੋਜ਼ਿਟਿਵ ਚਾਰਜ ਓਕੇ। ਇਲੈਕਟ੍ਰੋਫਾਈਲ ਕਿਹੜੇ ਹੁੰਦੇ ਨੇ, ਦੈਟ ਇਜ਼ ਨੈਗੇਟਿਵ ਚਾਰਜ। Next, sorry, nucleophile are negative charged and electrophiles are positive charged. Okay. So next ਗੱਲ ਕਰਦੇ ਹਾਂ reaction with Grignard reagent. Grignard reagent ਨਾਲ ਤੁਸੀਂ reaction ਦੇਖ ਸਕਦੇ ਹੋ, ਇਹ ਰਹੀ alcohol, ਇਹਦੇ ਵਿੱਚ ਤੁਸੀਂ Grignard reagent ਐਡ ਕਰੋ RMgX, ਕੋਈ ਵੀ ਲੈ ਲਓ। ਤੇ ਇਹਦੇ ਵਿੱਚ ਜਦੋਂ ਤੁਸੀਂ ਐਡ ਕਰੋਗੇ ਤਾਂ ਫਿਰ ਅਗੇਨ ਕਿਹਦੀ ਬ੍ਰੇਕੇਜ ਹੋਏਗੀ, ਦੇਖੋ OH ਦੀ, ਠੀਕ ਹੈ। ਤੇ ਇਹਦੇ ਨਾਲ ਕਿਹੜਾ ਪਾਰਟ ਲੱਗ ਜੂ ਆ ਕੇ, ਦੈਟ ਇਜ਼ ਦਿਸ, ਠੀਕ ਹੈ। ਤਾਂ ਇਹਦੇ ਨਾਲ ਕੀ ਹੋਏਗਾ, ਇਹ ਪ੍ਰੋਡਕਟ ਬਣ ਜੂਗਾ ਤੁਹਾਡੇ ਕੋਲੇ ਤੇ ਇਹ ਵਾਲਾ ਪੋਰਸ਼ਨ ਰਿਮੂਵ ਹੋ ਜਾਏਗਾ। ਐਂਡ ਨੈਕਸਟ ਇਜ਼ ਐਸਾਈਲੇਸ਼ਨ। ਐਸਾਈਲੇਸ਼ਨ ਦੇ ਵਿੱਚ ਨਾ ਇੱਕ ਤੁਸੀਂ ਯਾਦ ਰੱਖਣਾ ਹੁੰਦਾ ਜਿਹੜਾ ਮੇਨ ਰਿਐਕਟੈਂਟ ਹੈ, ਦੈਟ ਇਜ਼ CH3COCl। ਹਮੇਸ਼ਾ ਇਹ ਬਹੁਤ ਵਾਰ ਯੂਜ਼ ਹੋਊਗਾ, ਠੀਕ ਹੈ ਨਾ। ਤਾਂ ਇਹਨੂੰ ਤੁਸੀਂ ਯਾਦ ਰੱਖਣਾ, ਐਸਾਈਲੇਸ਼ਨ ਦੇ ਵਿੱਚ CH3COCl ਨਾਲ ਰਿਐਕਸ਼ਨ ਹੁੰਦੀ ਹੈ। ਤਾਂ ਕਿਹਦੇ ਵਿੱਚ ਐਡ ਕੀਤਾ, ਓਬਵੀਅਸਲੀ ਅਲਕੋਹਲ ਦੇ ਵਿੱਚ ਹੀ ਐਡ ਕਰਾਂਗੇ। ਤਾਂ ਇਹ ਵਾਲਾ ਬੌਂਡ ਟੁੱਟੂਗਾ ਤੇ ਇਹ H ਪੋਜ਼ਿਟਿਵ ਹੁੰਦਾ ਨਾ, ਤਾਂ ਕਿਹਦੇ ਨਾਲ ਜਾਊਗਾ, ਦੈਟ ਇਜ਼
Cl ਨੈਗੇਟਿਵ ਨਾਲ, ਤੇ ਬਾਕੀ ਦਾ ਜਿਹੜਾ ਪੋਰਸ਼ਨ ਹੈ ਉਹ ਇਹਦੇ ਨਾਲ ਅਟੈਚ ਹੋ ਜਾਏਗਾ ਤੇ ਕੀ ਬਣਾਏਗਾ, ਇਥਾਈਲ ਇਥेनॉइड। ਓਕੇ, ਨੈਕਸਟ ਦੇਖੋ ਕਲੀਵੇਜ ਆਫ CO ਬੌਂਡ। ਹੁਣ B ਪਾਰਟ ਆ ਗਿਆ, ਮੈਂ ਕਿਹਾ ਸੀ A ਪਾਰਟ, B ਪਾਰਟ, C ਪਾਰਟ। B ਦੇ ਵਿੱਚ ਰਿਐਕਸ਼ਨਸ ਕਰਦੇ ਆ, ਦੈਟ ਇਜ਼ CO ਬੌਂਡ ਨੂੰ ਇੱਥੇ ਅਸੀਂ ਬ੍ਰੇਕ ਕਰਾਂਗੇ। ਉਸ ਤੋਂ ਪਹਿਲਾਂ ਕੁਝ ਕੁਐਸਚਨਸ ਜਿਹੜੇ ਨੇ ਉਹ ਡਿਸਕਸ ਕਰ ਲੈਂਦੇ ਆ, ਠੀਕ ਹੈ, ਜਿਹਦੇ ਵਿੱਚ ਪਹਿਲਾ ਕੁਐਸਚਨ ਹੈ ਕਿ ਵਾਟ ਇਜ਼ ਦੀ ਰਿਐਕਟੀਵਿਟੀ ਆਫ 1 ਡਿਗਰੀ 2 ਡਿਗਰੀ 3 ਡਿਗਰੀ ਅਲਕੋਹਲ। ਠੀਕ ਹੈ ਜੀ, ਜਿਸਨੇ ਤਾਂ ਜਿਹੜਾ ਹੈਲੋਅਲਕੇਨ ਤੇ ਹੈਲੋਰੀਨ ਵਾਲਾ ਮੇਰਾ ਟੌਪਿਕਸ ਦੇਖੇ ਨੇ, ਠੀਕ ਹੈ, ਉੱਥੇ ਉਹਨੂੰ ਮੈंने ਇਹ ਚੀਜ਼ ਦੱਸੀ ਸੀਗੀ ਉਸ ਵੀਡੀਓ ਦੇ ਵਿੱਚ ਕਿ ਜਿਹੜੇ 3 ਡਿਗਰੀ ਦੇਖੋ, ਜੇਕਰ ਇਹ H ਪੋਜ਼ਿਟਿਵ ਚਲਾ ਜਾਂਦਾ ਹੈ, ਸਪੋਜ਼ ਇਹ ਚਲਾ ਗਿਆ, ਠੀਕ ਹੈ, ਤਾਂ ਜੋ ਪਿੱਛੇ ਪੋਰਸ਼ਨ ਬਚਦਾ ਹੈ ਉਹਨੂੰ ਕਹਿੰਦੇ ਨੇ ਕਾਰਬੋਕੇਟਾਇਨ। ਔਰ ਯਾਦ ਰੱਖਿਓ ਕਿ ਜਿਹੜਾ 3 ਡਿਗਰੀ ਕਾਰਬੋਕੇਟਾਇਨ ਜਿੰਨੇ ਜ਼ਿਆਦਾ ਅਲਕਾਈਲ ਗਰੁੱਪਸ ਹੋਣਗੇ, ਠੀਕ ਹੈ ਨਾ, ਓਨਾ ਹੀ ਜ਼ਿਆਦਾ ਉਹ ਸਟੇਬਲ ਹੋਏਗਾ। ਤਾਂ ਇੱਥੇ ਜਿਹੜਾ ਕਾਰਬੋਕੇਟਾਇਨ ਸਭ ਤੋਂ ਜ਼ਿਆਦਾ ਸਟੇਬਲ ਇਹੀ ਹੈ। ਤਾਂ ਇਸ ਕਰਕੇ 3 ਡਿਗਰੀ ਅਲਕੋਹਲ ਜਿਹੜੀਆਂ ਹੁੰਦੀਆਂ ਨੇ ਉਹ ਜ਼ਿਆਦਾ ਰਿਐਕਟਿਵ ਹੁੰਦੀਆਂ ਨੇ ਐਜ਼ ਕੰਪੇਅਰ ਟੂ 2 ਡਿਗਰੀ ਐਂਡ ਕੰਪੇਅਰ ਟੂ 1 ਡਿਗਰੀ। ਓਕੇ, ਸੋ 3 ਡਿਗਰੀ ਜਿਹੜਾ ਜ਼ਿਆਦਾ ਸਟੇਬਲ, ਤੁਹਾਨੂੰ ਰਿਐਕਟੀਵਿਟੀ ਵੀ ਪੁੱਛੀ ਜਾ ਸਕਦੀ ਹੈ, ਦਾ ਆਰਡਰ ਜਿਹੜਾ ਤੁਸੀਂ ਨੋਟ ਕਰ ਲਿਓ। ਹੁਣ ਰਿਐਕਸ਼ਨ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਰਿਐਕਸ਼ਨ ਹੈ ਰਿਐਕਸ਼ਨ ਵਿਦ ਹਾਈਡਰੋਜਨ ਹੈਲਾਈਡਸ, ਮਤਲਬ HCl ਐਦਾਂ, ਠੀਕ ਹੈ। ਸੋ ਸਭ ਤੋਂ ਪਹਿਲਾਂ ਕੀ ਹੈ, ਅਲਕੋਹਲ ਨੂੰ ਤੁਸੀਂ ਰਿਐਕਟ ਕੀਤਾ ਕਿਹਦੇ ਨਾਲ, HCl ਨਾਲ। ਮੈਂ ਕਿਹਾ ਸੀ ਨਾ ਹੁਣ ਕਿਹਦੀ ਬ੍ਰੇਕੇਜ ਹੋਏਗੀ, CO ਦੀ ਬ੍ਰੇਕੇਜ ਹੋਏਗੀ। ਓਕੇ, ਤੁਸੀਂ ਦੇਖ ਸਕਦੇ ਹੋ ਇੱਥੇ ਕਿਹੜੀ ਰਿਐਕਸ਼ਨ ਹੈ, ਦੈਟ ਇਜ਼ ਦੇਖੋ HCl ਐਡ ਕੀਤਾ, ਹੁਣ ਕੀ ਹੋਏਗਾ OH, ਮਤਲਬ ਇਹ ਜਿਹੜਾ O ਹੈਗਾ ਇਹ ਕਾਰਬਨ ਦੇ ਨਾਲ ਹੀ ਅਟੈਚ ਹੈ, ਇਹਨੂੰ ਬ੍ਰੇਕ ਕੀਤਾ HCl ਐਡ ਕਰਕੇ, ਤਾਂ ਕੀ ਹੋਏਗਾ, ਇਹ ਜ਼ਿੰਕ Cl2 ਪਾਇਆ ਇਹਦੇ ਵਿੱਚ, ਤਾਂ ਕੀ ਪ੍ਰੋਡਕਟ ਬਣੇਗਾ, ਦਿਸ ਵਾਟਰ ਬਾਰ ਹੋਏਗਾ। ਹੈਲੋਅਲਕੇਨ ਐਂਡ ਹੈਲੋਰੀਨ ਦੇ ਵਿੱਚ ਸੇਮ ਰਿਐਕਸ਼ਨ ਹੈ, ਡਿਟੋ। ਉੱਥੇ ਵੀ ਦੱਸਿਆ ਸੀਗਾ ਕਿ ਇਸ ਪ੍ਰੋਸੈਸ ਨੂੰ ਗਰੂਵਸ ਪ੍ਰੋਸੈਸ ਕਿਹਾ ਜਾਂਦਾ ਹੈ। ਠੀਕ ਹੈ ਜੀ, ਸਭ ਤੋਂ ਜ਼ਿਆਦਾ ਰਿਐਕਟਿਵ ਦੀ ਗੱਲ ਕਰੀਏ, ਜਿਵੇਂ ਇੱਥੇ ਆਪਾਂ HCl ਐਡ ਕੀਤਾ ਨਾ, ਸਭ ਤੋਂ ਜ਼ਿਆਦਾ ਰਿਐਕਟਿਵ HI ਹੈ, ਫਿਰ HBr ਹੈ, ਫਿਰ HCl ਹੈ। ਓਕੇ ਜੀ, ਨੈਕਸਟ ਵੀ ਤੁਸੀਂ ਕਰ ਸਕਦੇ ਹੋ, ਦੇਖੋ HBr ਨਾਲ ਰਿਐਕਟ ਕਰਵਾਇਆ, HI ਨਾਲ ਰਿਐਕਟ ਕਰਵਾਇਆ। ਓਕੇ, ਕੀ ਬਣ ਰਿਹਾ, ਦੇਖੋ ਇੱਥੇ ਹੈਲੋਅਲਕੇਨਸ ਹੀ ਤਾਂ ਬਣ ਰਹੇ ਨੇ, ਜਦੋਂ ਅਸੀਂ ਪ੍ਰੈਪਰੇਸ਼ਨ ਮੈਥਡ ਕੀਤੇ ਸੀ ਹੈਲੋਅਲਕੇਨ ਹੈਲੋਰੀਨ ਦੇ, ਉਹੀ ਬਣ ਰਹੇ ਨੇ, ਤੁਸੀਂ ਦੇਖ ਸਕਦੇ ਹੋ। ਠੀਕ ਹੈ, ਇਹਨਾਂ ਨੂੰ ਹੈਲੋਅਲਕੇਨਸ ਹੀ ਕਿਹਾ ਜਾਂਦਾ ਹੈ। ਓਕੇ, ਜੇਕਰ ਇਹ ਰਿਐਕਸ਼ਨਸ ਤੁਸੀਂ ਉੱਥੇ ਕਰ ਲਈਆਂ ਤਾਂ ਬਹੁਤ ਵਧੀਆ, ਉੱਥੇ ਹੋ ਚੁੱਕੀਆਂ ਨੇ ਰਿਐਕਸ਼ਨਸ, ਇਹ ਰਿਐਕਸ਼ਨ ਵੀ ਉੱਥੇ ਹੋ ਚੁੱਕੀ ਆ। ਠੀਕ ਹੈ, ਰਿਵੀਜ਼ਨ ਕਰਦੇ ਰਹੋ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਹਾਂਜੀ ਇਹ ਹੋ ਚੁੱਕੀਆਂ ਨੇ ਰਿਐਕਸ਼ਨ। ਹੁਣ ਅਸੀਂ ਕਰਨੀ ਹੈ ਫਾਸਫੋਰਸ, ਦੈਟ ਇਜ਼ ਕਿਹਦੇ ਨਾਲ, ਫਾਸਫੋਰਸ ਹੈਲਾਈਡਸ ਨਾਲ। ਤੁਸੀਂ ਕੀ ਕਰਨਾ ਹੈ, ਅਲਕੋਹਲ ਲੈਣੀ ਆ, ਅਲਕੋਹਲ ਦੇ ਵਿੱਚ ਕੀ ਐਡ ਕਰਨਾ ਹੈ, ਫਾਸਫੋਰਸ ਹੈਲਾਈਡ PCl5, ਇਹ ਬੌਂਡ ਇੱਥੋਂ ਬ੍ਰੇਕ ਹੋਈ ਜਾਣਗੇ। ਓਕੇ, ਇਹਨਾਂ ਨਾਲ ਕੀ ਐਡ ਕਰਦੇ ਜਾਓਗੇ ਤੁਸੀਂ, Cl ਐਡ ਕਰਦੇ ਜਾਓਗੇ, ਕਿਉਂਕਿ ਇੱਥੇ ਕੀ ਬਣ ਰਹੇ ਨੇ, ਹੈਲੋ ਅਲਕੇਨਸ। ਐਡੀਸ਼ਨਲ ਪ੍ਰੋਡਕਟਸ ਜਿਹੜੇ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ। ਸਭ ਤੋਂ ਬੈਸਟ ਮੈਥਡ ਵੀ ਦੱਸਿਆ ਸੀ, ਇਹ ਵਾਲਾ ਮੈਥਡ ਸਭ ਤੋਂ ਬੈਸਟ ਸੀਗਾ ਹੈਲੋ ਅਲਕੇਨ ਬਣਾਉਣ ਵਾਸਤੇ। ਤਾਂ ਕਿਹੜਾ ਰੀਏਜੈਂਟ, ਇਹ ਵੀ ਯਾਦ ਰੱਖਿਓ, SOCl2। ਨੈਕਸਟ ਹੈਗਾ ਕਲੀਵੇਜ ਆਫ ਐਲਕਾਈਲ ਐਂਡ ਡੀਹਾਈਡਰੋਕਸੀ ਗਰੁੱਪਸ। C ਪਾਰਟ ਜਿਹੜਾ ਆ ਚੁੱਕਿਆ, ਇਹਦੇ ਵਿੱਚ ਥੋੜੇ ਸੈਪਰੇਟ ਰਿਐਕਸ਼ਨਸ ਨੇ ਕੁਝ। ਇਹਦੇ ਵਿੱਚ ਅਸੀਂ ਗੱਲ ਕਰਾਂਗੇ ਐਲਕਾਈਲ ਦੀ ਹਾਈਡਰੋਕਸੀ ਗਰੁੱਪਸ ਤੋਂ ਸੈਪਰੇਸ਼ਨ। ਓਕੇ, ਕਲੀਵੇਜ। ਸਭ ਤੋਂ ਪਹਿਲੀ ਹੈਗੀ ਹੈ ਡੀਹਾਈਡਰੇਸ਼ਨ। ਡੀਹਾਈਡਰੇਸ਼ਨ ਕਹਿ ਲਓ, ਚਾਹੇ ਇਸ ਰਿਐਕਸ਼ਨ ਨੂੰ ਤੁਸੀਂ ਟੌਪਿਕ ਪਾ ਲਿਓ ਐਸਿਡਿਕ ਡੀਹਾਈਡਰੇਸ਼ਨ। ਠੀਕ ਹੈ, ਐਸਿਡਿਕ ਡੀਹਾਈਡਰੇਸ਼ਨ ਪਾ ਲਿਓ। ਇਹਦੇ ਵਿੱਚ ਕੀ ਹੁੰਦਾ ਹੈ, ਤੁਸੀਂ ਲੈਣੀ ਆ ਅਲਕੋਹਲ, ਅਲਕੋਹਲ ਦੇ ਵਿੱਚ ਕੀ ਕਰਨਾ ਹੈ, OH ਨੂੰ ਤੁਸੀਂ ਰਿਮੂਵ ਕਰਨਾ ਹੁੰਦਾ ਹੈ। ਡੀਹਾਈਡਰੇਸ਼ਨ ਦੇ ਵਿੱਚ ਬਣਦਾ ਕੀ ਹੈ, ਫਾਰਮੇਸ਼ਨ ਕਾਹਦੀ ਹੁੰਦੀ ਹੈ, ਵਾਟਰ ਰਿਲੀਜ਼ ਹੁੰਦਾ ਤੇ ਐਲਕੀਨਸ ਬਣਦੇ ਨੇ। ਡੀਹਾਈਡਰੇਸ਼ਨ ਕਰਦੇ ਆ ਜਦੋਂ ਐਸਿਡਿਕ ਡੀਹਾਈਡਰੇਸ਼ਨ, ਨਾਲ ਵਾਟਰ ਦੇ ਐਲਕੀਨਸ ਬਣਦੇ ਨੇ। ਠੀਕ ਹੈ ਜੀ, ਤਾਂ ਹੁੰਦਾ ਕੀ ਹੈ, ਇਹ ਵਾਲਾ ਬੌਂਡ ਹੈ ਜਿਹੜਾ ਇਹ ਇੱਧਰ ਸ਼ਿਫਟ ਕਰਦਾ ਹੈ, ਤੇ ਇਹਦੇ ਨਾਲ ਕੀ ਹੈ, ਕਾਰਬਨ ਦੀ ਵੈਲੈਂਸੀ ਪੂਰੀ ਹੋਣ ਕਰਕੇ ਇਹ ਜਿਹੜਾ ਰਿਮੂਵ ਹੋ ਜਾਂਦਾ ਹੈ। ਓਕੇ, H ਪੋਜ਼ਿਟਿਵ ਐਡ ਕਰਨਾ। ਨੋਟ ਦੇਖ ਲਓ ਕੀ ਕਹਿ ਰਹੇ ਨੇ, ਦ ਰੈਲੇਟਿਵ ਈਜ਼ ਆਫ ਡੀਹਾਈਡਰੇਸ਼ਨ ਆਫ ਅਲਕੋਹਲਸ, 3 ਡਿਗਰੀ ਅਲਕੋਹਲਸ, 2 ਡਿਗਰੀ ਅਲਕੋਹਲਸ ਗ੍ਰੇਟਰ ਦੈਨ 1 ਡਿਗਰੀ ਅਲਕੋਹਲ। ਠੀਕ ਹੈ ਨਾ, ਈਜ਼ ਦੱਸਿਆ ਕਿ ਕਿਹੜੀ ਰਿਐਕਸ਼ਨ ਈਜ਼ੀਲੀ ਹੋ ਜਾਏਗੀ, ਮੀਨਸ ਜਿਹੜੇ ਆਪਾਂ ਅਲਕੋਹਲ ਉਰੇ ਲੈ ਰਹੇ ਹਾਂ, ਇੱਥੇ ਕਿਹੜੇ ਆਪਾਂ ਲਈਏ, ਮਤਲਬ ਅਲਕੋਹਲ ਲਈਏ ਕਿ ਇਹ ਰਿਐਕਸ਼ਨ ਈਜ਼ੀਲੀ ਹੋ ਜਾਵੇ, ਦੈਟ ਇਜ਼ 3 ਡਿਗਰੀ ਅਲਕੋਹਲ। ਬਿਕੋਜ਼ ਸਾਨੂੰ ਪਤਾ ਹੈ ਕਿ ਜੋ 3 ਡਿਗਰੀ ਅਲਕੋਹਲ ਹੈ ਸਭ ਤੋਂ ਜ਼ਿਆਦਾ ਕੀ ਹੁੰਦੀ ਹੈ, ਰਿਐਕਟਿਵ ਹੁੰਦੀ ਹੈ। ਕਲੀਅਰ ਜੀ। ਸੈਕਿੰਡ ਗੱਲ ਕਰ ਲਈਏ ਅਸੀਂ ਕੁਝ ਹੋਰ ਰਿਐਕਸ਼ਨਸ ਬਾਰੇ, ਅਲੱਗ-ਅਲੱਗ ਟੈਂਪਰੇਚਰਸ ਤੇ ਰੱਖ ਕੇ ਗੱਲ ਕਰਦੇ ਹਾਂ ਇਹਨਾਂ ਨੂੰ। ਐਸਿਡਿਕ ਡੀਹਾਈਡਰੇਸ਼ਨ ਆਫ ਅਲਕੋਹਲਸ ਐਟ ਵੇਰੀਅਸ ਟੈਂਪਰੇਚਰ। ਤੁਸੀਂ ਕੀ ਕਰਨਾ ਹੈ, ਕੋਈ ਅਲਕੋਹਲ ਲੈਣੀ ਹੈ, ਉਹਦੇ ਵਿੱਚ ਤੁਸੀਂ ਡੀਹਾਈਡਰੇਸ਼ਨ ਕਰਾ ਰਹੇ ਹੋ, ਤਾਂ ਇਹ ਰਿਐਕਸ਼ਨ ਤਾਂ ਅਸੀਂ ਹੁਣੇ ਡਿਸਕਸ ਕੀਤੀ, ਅਲਕੀਨਸ ਬਣਦੇ ਨੇ ਵਾਟਰ। ਠੀਕ ਹੈ, ਤਾਂ ਕੀ ਬਣ ਰਿਹਾ ਦੇਖੋ, ਐਲਕੀਨ। ਥੋੜਾ ਜਿਹਾ ਟੈਂਪਰੇਚਰ ਨੂੰ ਘਟਾਓ,
थोड़ा जिहा टैंपरेचर डिक्रीज करो ਤਾਂ ਕੀ ਬਣਦਾ ਹੈ ਇਥੋਕਸੀ ਏਥੇਨ। ਮੈਂ ਤਾਂ ਇਹੀ ਯਾਦ ਕੀਤਾ ਹੈ ਕਿ ਜੋ ਡੀਹਾਈਡਰੇਸ਼ਨ ਹੈ ਇਹਦੇ ਵਿੱਚ ਦੋ ਹੀ ਬਣਦੇ ਨੇ, ਜਾਂ ਤਾਂ ਬਣਨਗੇ ਐਲਕੀਨਸ ਜਾਂ ਬਣੂ ਇਥੋਕਸੀ ਇਥੇਨ। ਠੀਕ ਹੈ ਨਾ, ਐਲਕੀਨਸ ਬਣਦੇ ਨੇ ਹਾਇਰ ਟੈਂਪਰੇਚਰ ਤੇ, ਇਥੋਕਸੀਥੀਨ ਥੋੜੇ ਜਿਹੇ ਘੱਟ ਟੈਂਪਰੇਚਰ ਤੇ ਬਣਦੇ ਨੇ। ਓਕੇ ਜੀ, ਬਾਕੀ ਡੀਹਾਈਡਰੇਸ਼ਨ ਦੇ ਵਿੱਚ ਤੁਸੀਂ H ਪੋਜ਼ਿਟਿਵ ਵਗੈਰਾ ਐਡ ਕਰਨਾ ਹੁੰਦਾ ਹੈ। ਨੈਕਸਟ ਰਿਐਕਸ਼ਨ ਕੀ ਹੈ, ਦੈਟ ਇਜ਼ CH3CH2OH। ਇਹਦੇ ਵਿੱਚ ਕੀ ਐਡ ਕੀਤਾ, ਦੈਟ ਇਜ਼ H2SO4। ਓਕੇ, ਟੈਂਪਰੇਚਰ ਉਸ ਤੋਂ ਵੀ ਘੱਟ ਲਿਆ, ਠੀਕ ਹੈ ਨਾ, ਉਸ ਤੋਂ ਵੀ ਘੱਟ ਹੈ ਤੇ ਇੱਥੇ ਕੀ ਬਣਿਆ, ਦੈਟ ਇਜ਼ ਇਥਾਈਲ ਹਾਈਡਰੋਜਨ ਸਲਫੇਟ ਵਾਟਰ ਰਿਲੀਜ਼ ਹੋਇਆ। ਉਸ ਤੋਂ ਬਾਅਦ ਇਹ ਤਾਂ ਸਿੰਪਲ ਅਲਕੋਹਲ ਲਿਆ, ਥੋੜਾ ਜਿਹਾ ਐਲਕੋਹਲਸ ਨੂੰ ਤੁਸੀਂ ਐਕਸੈਸ ਦੇ ਵਿੱਚ ਲੈਣਾ, ਰਿਐਕਸ਼ਨ ਸੇਮ ਹੀ ਕਰਾਉਣੀ ਆ, ਥੋੜਾ ਜਿਹਾ ਐਕਸੈਸ ਦੇ ਵਿੱਚ ਲਓ ਅਲਕੋਹਲ ਨੂੰ ਤੇ ਉਸ ਤੋਂ ਬਾਅਦ ਕੀ ਕਰੋਗੇ ਤੁਸੀਂ, ਇਹ ਵਾਲਾ ਪ੍ਰੋਡਕਟ ਚੱਕਣਾ, ਇਹ ਵਾਲਾ ਪ੍ਰੋਡਕਟ। ਓਕੇ, ਇਸ ਪ੍ਰੋਡਕਟ ਦੇ ਵਿੱਚ ਅਗੇਨ ਅਲਕੋਹਲ ਐਡ ਕਰੋ ਤਾਂ ਤੁਹਾਡੇ ਕੋਲੇ ਕੀ ਬਣੇਗਾ, ਇਸ ਨੂੰ ਦੇਖੋ ਕਾਦੀ ਫਾਰਮੇਸ਼ਨ ਜਿਹੜੀ ਹੈ ਹੋ ਰਹੀ ਹੈ, CH3CH2O CH2CH3, ਇੱਕ ਕੀਟੋਨਿਕ ਬਣ ਰਿਹਾ। ਤਾਂ ਅੱਗੇ ਫੇਰ ਆ ਜਾਓ ਇੱਕ ਇਹੀ ਰਿਐਕਸ਼ਨ ਤੇ, ਅਗੇਨ ਦੇਖੋ ਇਹੀ ਅਗੇਨ ਅਸੀਂ ਲਿਆ। ਓਕੇ, ਇਹਦੇ ਵਿੱਚ ਕੀ ਕਰਨਾ ਹੈ, ਸਿੰਪਲੀ ਇਹਨੂੰ ਹੀਟ ਕਰ ਦਿਓ, ਸਿੰਪਲੀ ਕੀ ਕਰਕੇ ਦੇਖੋ 443 ਕੈਲਵਿਨ ਤੇ ਇਹਨੂੰ ਹੀਟ ਕਰੋ ਤਾਂ ਤੁਹਾਡੇ ਕੋਲੇ ਕੀ ਬਣੇਗਾ, ਦੈਟ ਇਜ਼ CH2CH2 ਪੋਜ਼ਿਟਿਵ ਐਂਡ ਦਿਸ ਦੈਟ ਇਜ਼ HSO4 ਨੈਗੇਟਿਵ, ਮਤਲਬ ਇਹ ਬ੍ਰੇਕੇਜ ਹੋ ਜੂਗੀ ਇਹਦੀ। ਠੀਕ ਹੈ ਨਾ, ਮੀਨਸ ਇਹ ਕੀ ਹੋ ਜਾਏਗਾ, ਬ੍ਰੇਕ ਹੋ ਕੇ ਇਹ ਬਣੂਗਾ। ਠੀਕ ਹੈ, ਉਸ ਤੋਂ ਬਾਅਦ ਫੇਰ ਐਡ ਕਰੋਗੇ, ਫਿਰ ਐਲਕੀਨਸ ਬਣ ਜਾਣਗੇ। ਮਤਲਬ ਡੀਹਾਈਡਰੇਸ਼ਨ ਦੇ ਵਿੱਚ ਐਗਜ਼ਾਮ ਦੇ ਵਿੱਚ ਜੇ ਤੁਹਾਨੂੰ ਡਬਲ ਬੌਂਡ ਦਿਖਿਆ ਤਾਂ ਤੁਸੀਂ ਉਸ ਤੇ ਹੀ ਟਿਕ ਲਗਾਉਣਾ, ਮੀਨਸ ਇੱਥੇ ਐਲਕੀਨਸ ਦੀ ਫਾਰਮੇਸ਼ਨ ਜਿਹੜੀ ਹੈ ਹੁੰਦੀ ਹੈ। ਨੈਕਸਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਵੀ ਦੇਖੋ, ਜਾਂ ਤਾਂ ਇੱਕ ਐਲਕੀਨ ਬਣ ਰਿਹਾ, ਇੱਕ ਇਥੋਕਸੀਥੇਨ ਬਣ ਰਿਹਾ। ਠੀਕ ਹੈ ਨਾ, ਤੇ ਇਹਦੇ ਵਿੱਚ ਕੀ ਹੋ ਰਿਹਾ, ਇਹਦੇ ਵਿੱਚ ਆਪਾਂ ਅਲੱਗ ਕੈਟਾਲਿਸਟ ਲਿਆ ਹੈਗਾ ਐਲੂਮੀਨੋ ਸਿਲਿਕਾ। ਇਹਦੇ ਵਿੱਚ ਕੀ ਹੋਏਗਾ ਦੇਖੋ 523 ਤੇ ਲਿਆਗਾ, ਇਹ 633 ਤੇ, ਹਾਇਰ ਟੈਂਪਰੇਚਰ ਵਾਲਾ ਤਾਂ ਇਹੀ ਹੈ ਨਾ, ਇਹ 'ਚ ਵੀ ਐਲਕੀਨ ਬਣ ਰਿਹਾ। ਇਹਦੇ ਵਿੱਚ ਕੀ ਬਣ ਰਿਹਾ, ਇਥੋਕਸੀ ਇਥੇਨ ਬਣ ਰਿਹਾ। ਓਕੇ, ਇਹ ਸਾਰੀ ਡੀਹਾਈਡਰੇਸ਼ਨ ਸੀ। ਨੈਕਸਟ ਗੱਲ ਕਰ ਲੈਂਦੇ ਆਪਾਂ ਆਕਸੀਡੇਸ਼ਨ ਬਾਰੇ। ਇਹ ਬਹੁਤ ਇੰਟਰਸਟਿੰਗ ਹੈ। ਇਹਦੇ ਵਿੱਚ ਦੇਖੋ ਕੀ ਹੁੰਦਾ, ਸਭ ਤੋਂ ਪਹਿਲਾਂ ਆਪਾਂ ਆਕਸੀਡੇਸ਼ਨ ਦਾ ਟੌਪਿਕ ਕਲੀਅਰ ਕਰ ਲਓ, ਵਿੱਚ ਕਰਨਾ ਕੀ ਹੈ। ਆਪਾਂ ਆਕਸੀਡੇਸ਼ਨ ਕਰਾਂਗੇ 1 ਡਿਗਰੀ ਦੀ, 2 ਡਿਗਰੀ ਦੀ, 3 ਡਿਗਰੀ ਦੀ। ਠੀਕ ਹੈ ਨਾ, ਕਿਹਦੀ ਮਤਲਬ ਅਲਕੋਹਲਸ ਦੀ। ਓਕੇ, ਅਲਕੋਹਲਸ ਦੀ ਤੁਸੀਂ ਕੀ ਕਰਨੀ ਆ, ਆਕਸੀਡੇਸ਼ਨ ਸਾਰਿਆਂ ਦੀ, ਵੀ ਕੀ ਕੀ ਪ੍ਰੋਡਕਟਸ ਬਣਦੇ ਨੇ। ਸਭ ਤੋਂ ਪਹਿਲਾਂ ਮੈਂ 1 ਡਿਗਰੀ ਅਲਕੋਹਲ ਲਿਆ, 1 ਡਿਗਰੀ ਦੀ ਮੈਂ ਆਕਸੀਡੇਸ਼ਨ ਕਰਨ ਜਾ ਰਹੀ ਹਾਂ। ਜਦੋਂ ਮੈਂ ਇਹਦੀ ਆਕਸੀਡੇਸ਼ਨ ਕਰੂੰਗੀ ਨਾ ਤਾਂ ਜਿਹੜਾ ਮੇਰਾ CH2OH ਪਾਰਟ ਹੈ, ਤੁਸੀਂ ਡਾਇਰੈਕਟਲੀ ਲਰਨ ਕਰਨਾ ਕਿ ਇਹ ਕਾਹ 'ਚ ਕਨਵਰਟ ਹੋ ਜਾਂਦਾ ਹੈ, CHO 'ਚ। ਫਰਦਰ ਆਕਸੀਡੇਸ਼ਨ ਕਰੋਗੇ ਤਾਂ CHO ਕਾਹ 'ਚ ਕਨਵਰਟ ਹੋ ਜਾਂਦਾ ਹੈ, COOH ਦੇ ਵਿੱਚ। ਓਕੇ, ਇੱਕ ਹੋਰ ਗੱਲ ਹੈ ਕਿ ਜੇਕਰ ਤੁਸੀਂ ਚਾਹੁੰਦੇ ਹੋ ਵੀ ਇਹ ਨਾ ਬਣੇ, ਸਿੱਧਾ ਇਹਨੂੰ ਨਾ ਇਹਦੇ ਵਿੱਚ ਕਨਵਰਟ ਕਰ ਦਈਏ, ਇਹ ਵੀ ਪੋਸੀਬਲ ਹੈ, ਬਟ ਤੁਹਾਨੂੰ ਇੱਕ ਰੀਏਜੈਂਟ ਯੂਜ਼ ਕਰਨਾ ਪਊਗਾ। ਉਸ ਰੀਏਜੈਂਟ ਦਾ ਨਾਮ ਹੈ ਕੋਲਿਨਸ ਰੀਏਜੈਂਟ। ਐਗਜ਼ਾਮ ਦੇ ਵਿੱਚ ਇਹ ਕੋਲਿਨਸ ਰੀਏਜੈਂਟ ਦਾ ਫਾਰਮੂਲਾ ਪੁੱਛਿਆ ਜਾ ਸਕਦਾ ਹੈ। ਓਕੇ, ਇੱਕ ਤਾਂ ਤੁਸੀਂ ਇਹਦਾ ਫਾਰਮੂਲਾ ਲਰਨ ਕਰ ਲਓ ਕਿ ਇਹਨੂੰ ਕੋਲਿਨ ਰੀਏਜੈਂਟ ਕਹਿੰਦੇ ਨੇ। ਕੋਲਿਨ ਰੀਏਜੈਂਟ ਡਾਇਰੈਕਟ 1 ਡਿਗਰੀ ਨੂੰ ਕਿਹਦੇ 'ਚ ਕਨਵਰਟ ਕਰ ਦਿੰਦਾ ਹੈ, ਐਸੀਟਿਕ ਐਸਿਡ। ਓਕੇ, ਨਾਟ ਓਨਲੀ ਕੋਲਿਨ ਰੀਏਜੈਂਟ ਬਟ ਹੋਰ ਵੀ ਨੇ, ਤੁਸੀਂ PCC ਵੀ ਯੂਜ਼ ਕਰ ਸਕਦੇ ਹੋ, ਤੁਸੀਂ PDC ਵੀ ਯੂਜ਼ ਕਰ ਸਕਦੇ ਹੋ, ਤੁਸੀਂ ਕੋਲਿਨ ਰੀਏਜੈਂਟ ਵੀ ਯੂਜ਼ ਕਰ ਸਕਦੇ ਹੋ। ਇਹ ਤਿੰਨੋਂ ਨੇ, ਇਹਨਾਂ ਦੀਆਂ ਫੁੱਲ ਫਾਰਮਸ ਤੁਸੀਂ ਯਾਦ ਕਰ ਲਿਓ, ਇਹਨਾਂ ਦਾ ਕੰਮ ਮੈਂ ਤੁਹਾਨੂੰ ਦੱਸਤਾ। ਨੈਕਸਟ ਦੇਖੋ, ਬਾਈ ਯੂਜ਼ਿੰਗ ਦੀਜ਼ ਰੀਏਜੈਂਟਸ ਐਲਡੀਹਾਈਡਸ ਜਿਹੜੇ ਨੇ ਉਹਨਾਂ ਨੂੰ ਆਈਸੋਲੇਟ ਕੀਤਾ ਜਾ ਸਕਦਾ, ਮਤਲਬ ਉਹਨਾਂ ਨੂੰ ਵਿੱਚੋਂ ਸਕਿਪ ਕੀਤਾ ਜਾ ਸਕਦਾ। ਨੈਕਸਟ ਦੇਖੋ, ਆਕਸੀਡੇਸ਼ਨ ਆਫ ਸੈਕੰਡਰੀ ਅਲਕੋਹਲ। ਹੁਣ ਸੈਕੰਡਰੀ ਅਲਕੋਹਲ ਲੈ ਲਓ। ਸੈਕੰਡਰੀ ਅਲਕੋਹਲ ਕਿਹੜੇ ਹੁੰਦੇ ਨੇ, ਜਿਹਦੇ ਵਿੱਚ 2 ਐਲਕਾਈਲ ਗਰੁੱਪ ਲੱਗੇ ਹੁੰਦੇ ਨੇ। ਇਹਦੀ ਆਕਸੀਡੇਸ਼ਨ ਕਰ ਦੋ, ਆਕਸੀਡੇਸ਼ਨ ਤੋਂ ਬਾਅਦ ਜਿਹੜਾ ਇਹ ਵਾਲਾ ਗਰੁੱਪ ਹੈ ਕਾਹ 'ਚ ਕਨਵਰਟ ਹੋ ਜਾਊਗਾ, CO ਦੇ ਵਿੱਚ। ਅਗੇਨ ਆਕਸੀਡੇਸ਼ਨ ਕਰ ਦੋ, ਕਾਹਦੇ 'ਚ ਕਨਵਰਟ ਹੋ ਜਾਊਗਾ, ਇਹ ਸਾਰਾ ਵਾਲਾ ਪਾਰਟ ਕਾਹ 'ਚ ਕਨਵਰਟ ਹੋ ਜਾਊਗਾ, COOH ਪਲੱਸ CO2 ਬਾਹਰ ਐਂਡ H2O ਵੀ ਬਾਹਰ। ਆ ਤੁਸੀਂ ਦੇਖ ਸਕਦੇ ਹੋ ਇੱਥੇ CHOH ਕਾਹ 'ਚ ਕਨਵਰਟ ਹੋ ਜਾਂਦਾ CO ਦੇ ਵਿੱਚ, ਜੇਕਰ CH2OH ਹੋਵੇ ਉਹ ਕਾਹ 'ਚ ਕਨਵਰਟ ਹੋ ਜਾਂਦਾ CHO ਦੇ ਵਿੱਚ। ਟਰਸ਼ਰੀ ਅਲਕੋਹਲ ਦੇ ਵੀ ਕੀ ਪਛਾਣ ਹੈ ਕਿ ਤਿੰਨੋਂ ਜਿਹੜੇ ਨੇ ਅਲਕਾਈਲ ਗਰੁੱਪਸ ਹੁੰਦੇ ਨੇ, ਆਕਸੀਡੇਸ਼ਨ ਕਰੋਗੇ ਤਾਂ ਕੀ ਹੋਏਗਾ, ਜਿਹੜਾ ਇਹ ਸਾਰਾ ਪ੍ਰੋਡਕਟ ਹੈ ਕਾਹ 'ਚ ਕਨਵਰਟ ਹੋ ਜਾਏਗਾ CO ਦੇ ਵਿੱਚ। ਅਗੇਨ ਆਕਸੀਡੇਸ਼ਨ ਕਰੋਗੇ, ਸਾਰਾ ਪ੍ਰੋਡਕਟ ਕਾਹ 'ਚ ਕਨਵਰਟ ਹੋ ਜਾਏਗਾ COOH ਦੇ ਵਿੱਚ। ਓਕੇ, ਇਹਨਾਂ ਦੀ ਇੱਕ ਵਾਰ ਰਿਟਨ ਪ੍ਰੈਕਟਿਸ ਕਰ ਲਿਓ, ਆ ਜਾਣਗੇ, ਇਹ ਸੌਖੇ ਹੀ ਨੇ। ਉਸ ਤੋਂ ਬਾਅਦ ਆ ਜਾਂਦਾ ਹੈ ਡੀਹਾਈਡਰੋਹੈਲੋਜੀਨੇਸ਼ਨ। ਡੀਹਾਈਡਰੋਹੈਲੋਜੀਨੇਸ਼ਨ ਇਹਦੇ ਵਿੱਚ ਕੀ ਹੁੰਦਾ ਸੀ, 1 ਡਿਗਰੀ 2 ਡਿਗਰੀ 3 ਡਿਗਰੀ ਸਾਰਿਆਂ ਦੀ ਡੀਹਾਈਡਰੋਹੈਲੋਜੀਨੇਸ਼ਨ ਕਰਾਂਗੇ।
ਤੇ ਦੇਖਾਂਗੇ ਕਿ 1 ਡਿਗਰੀ ਕਾਹਦੇ 'ਚ ਕਨਵਰਟ ਹੁੰਦੇ ਨੇ, 2 ਡਿਗਰੀ ਕਾਹਦੇ 'ਚ ਤੇ 3 ਡਿਗਰੀ ਕਾਹਦੇ 'ਚ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਪ੍ਰਾਇਮਰੀ ਅਲਕੋਹਲਸ ਬਾਰੇ, ਠੀਕ ਹੈ ਨਾ। ਜਦੋਂ ਤੁਸੀਂ ਪ੍ਰਾਇਮਰੀ ਅਲਕੋਹਲਸ ਦੀ ਡੀਹਾਈਡਰੋਹੈਲੋਜੀਨੇਸ਼ਨ ਕਰੋਗੇ ਤਾਂ ਉਹ ਐਲਡੀਹਾਈਡ 'ਚ ਕਨਵਰਟ ਹੁੰਦਾ ਹੈ। ਐਗਜ਼ਾਮ 'ਚ ਸਿੱਧਾ ਵੀ ਆ ਸਕਦਾ ਹੈ ਕਿ ਡੀਹਾਈਡਰੋਹੈਲੋਜੀਨੇਸ਼ਨ ਆਫ ਪ੍ਰਾਇਮਰੀ ਅਲਕੋਹਲ ਗਿਵਸ, ਠੀਕ ਹੈ ਨਾ, ਵਾਟ ਕੀਟੋਨਸ, ਐਲਡੀਹਾਈਡ, ਐਲਕੀਨ, ਤਾਂ ਇਹ ਐਲਡੀਹਾਈਡਸ ਦਿੰਦੇ ਨੇ। ਐਲਡੀਹਾਈਡ ਦੀ ਤੁਹਾਨੂੰ ਪਹਿਚਾਣ ਤਾਂ ਹੈਗੀ ਹੈ ਕਿ ਇਹਦੀ ਪ੍ਰੈਜ਼ੈਂਸ ਦੇ ਵਿੱਚ ਹੁੰਦਾ ਹੈ ਕਾਪਰ 573 ਕੈਲਵਿਨ। ਇਹ ਸਾਰਾ ਪਾਰਟ ਕੀ 'ਚ ਕਨਵਰਟ ਹੋ ਜਾਂਦਾ CHO ਦੇ ਵਿੱਚ। ਵੈਰੀ ਸਿੰਪਲ, ਠੀਕ ਹੈ। ਸਕੈਂਡਰੀ ਅਲਕੋਹਲਸ ਦੇਖੋ, ਸਕੈਂਡਰੀ ਅਲਕੋਹਲਸ ਜਿਹੜੇ ਨੇ ਉਹ ਕਾਹਦੇ 'ਚ ਕਨਵਰਟ ਹੋ ਜਾਂਦੇ ਨੇ, ਕੀਟੋਨਸ ਦੇ ਵਿੱਚ ਕਨਵਰਟ ਹੁੰਦੇ ਨੇ। ਇਹ ਸਕੈਂਡਰੀ ਨੇ, ਓਕੇ। ਦੈਟ ਮੀਨ ਇਹਨਾਂ ਦਾ ਜਿਹੜਾ ਪਾਰਟ ਹੈ ਕਿਹੜਾ, ਇਹ ਵਾਲਾ ਪਾਰਟ COOH ਪਾਰਟ ਜਿਹੜਾ ਹੁੰਦਾ ਹੈ ਇਹ CO ਦੇ ਵਿੱਚ ਕਨਵਰਟ ਹੋ ਗਿਆ ਤਾਂ ਇਹਨੂੰ ਕੀ ਕਹਿੰਦੇ ਨੇ, ਐਸੀਟੋਨ, ਠੀਕ ਹੈ ਨਾ, ਕੀਟੋਨ, ਪ੍ਰੋਪੇਨੋਨ, ਠੀਕ ਹੈ। ਉੱਪਰ ਵੀ ਕੀ ਹੋਇਆ ਸੀ ਦੇਖੋ, ਕਾਹਦੇ 'ਚ ਕਨਵਰਟ ਹੋਇਆ ਸੀ, CHOH, ਓਕੇ, CHOH CO 'ਚ ਕਨਵਰਟ ਹੋਇਆ, CHOH ਕਾਹ 'ਚ ਕਨਵਰਟ ਹੋਇਆ, CO ਦੇ ਵਿੱਚ, ਓਕੇ ਜੀ। ਥਰਡ ਦੇਖੋ, ਟਰਸ਼ਰੀ ਅਲਕੋਹਲ ਐਲਕੀਨਸ 'ਚ ਕਨਵਰਟ ਹੁੰਦੇ ਨੇ। ਤੁਸੀਂ ਡਾਇਰੈਕਟ ਲਰਨ ਕਰਨਾ, ਟਰਸ਼ਰੀ ਨੇ ਇਹ ਤੁਸੀਂ ਰੀਏਜੈਂਟ ਐਡ ਕੀਤਾ, CH ਜਿਹੜਾ ਹੈ ਇੱਥੇ ਨਹੀਂ ਹੈਗਾ, ਇਸ ਕਰਕੇ ਇਹ ਸਾਰਾ ਪਾਰਟ ਹੈ ਜਿਹੜਾ, ਠੀਕ ਹੈ ਨਾ, ਇਹ ਸਾਰਾ ਪਾਰਟ ਜਿਹੜਾ ਮਤਲਬ ਤੁਸੀਂ ਕਹਿ ਸਕਦੇ ਹੋ ਇਸ 'ਚ ਕਨਵਰਟ ਹੋ ਜਾਂਦਾ ਹੈ ਤੇ ਐਲਕੀਨ ਦੀ ਫਾਰਮੇਸ਼ਨ ਹੁੰਦੀ ਹੈ, ਓਕੇ ਜੀ। ਨੈਕਸਟ ਵੈਰੀ ਇੰਪੋਰਟੈਂਟ, ਇਹਦੇ ਬੇਸ ਤੇ ਵੀ ਕੁਐਸਚਨ ਬਣ ਸਕਦਾ ਹੈ, ਐਸਿਡਿਕ ਕਰੈਕਟਰਸ ਵਗੈਰਾ ਤੇ ਕੁਐਸਚਨ ਆ ਜਾਂਦੇ ਨੇ। ਬਸ ਤੁਸੀਂ 1 ਲਾਈਨਰ ਹੀ ਨੋਟ ਕਰਨੇ ਨੇ, 1 ਲਾਈਨਰ ਦੀ ਫਾਰਮ 'ਚ ਤੁਸੀਂ ਲਿਖ ਲੈਣੇ ਆ, ਓਕੇ। ਫਿਨੋਲਸ ਜਿਹੜੇ ਹੁੰਦੇ ਨੇ ਕੀ ਹੁੰਦੇ ਨੇ, ਵੀਕਰ ਹੁੰਦੇ ਨੇ ਕਾਰਬੋਕਸਿਲਿਕ ਐਸਿਡ ਨਾਲੋਂ। ਸਭ ਤੋਂ ਪਹਿਲਾਂ ਇਹ ਯਾਦ ਰੱਖਣਾ ਹੈ ਕਿ ਕਾਰਬੋਕਸਿਲਿਕ ਐਸਿਡ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਜਿਹੜੇ ਨੇ ਮਤਲਬ ਇਹਦੇ ਨਾਲੋਂ ਜੇ ਆਪਾਂ ਫਿਨੋਲ ਤੇ ਕਾਰਬੋਕਸਿਲਿਕ ਐਸਿਡ ਨੂੰ ਕੰਪੇਅਰ ਕਰੀਏ ਤਾਂ ਕਾਰਬੋਕਸਿਲਿਕ ਐਸਿਡ ਜਿਹੜੇ ਨੇ ਉਹ ਕੀ ਹੁੰਦੇ ਨੇ, ਮੋਰ ਐਸਿਡਿਕ। ਕਾਰਨ ਇੱਕੋ ਹੀ ਇੱਕ ਹੈ ਕਿ ਜਿਹੜੇ ਨੇ ਰੈਜ਼ੋਨੈਂਸ ਸਟੈਬਿਲਾਈਜ਼ਡ ਹੁੰਦੇ ਨੇ, ਇਹ ਰੈਜ਼ੋਨੈਂਸ ਸਟੈਬਿਲਾਈਜ਼ਡ ਘੱਟ ਹੁੰਦੇ ਨੇ, ਓਕੇ ਜੀ। ਨੈਕਸਟ ਗੱਲ ਕਰਦੇ ਹਾਂ ਕਿ ਫਿਨੋਲਸ ਦੀ ਗੱਲ ਕਰਦੇ ਹਾਂ ਅਲਕੋਹਲਸ ਨਾਲ, ਓਕੇ। ਫਿਨੋਲਸ ਕੀ ਹੁੰਦੇ ਨੇ, ਇਹ ਜ਼ਿਆਦਾ ਐਸਿਡਿਕ ਹੁੰਦੇ ਨੇ ਕਿਹਦੇ ਨਾਲੋਂ, ਅਲਕੋਹਲਸ ਨਾਲੋਂ। ਮੀਨਸ ਕਾਰਬੋਕਸਿਲਿਕ ਐਸਿਡ ਗ੍ਰੇਟਰ ਦੈਨ ਫਿਨੋਲਸ ਐਂਡ ਫਿਨੋਲਸ ਗ੍ਰੇਟਰ ਦੈਨ ਅਲਕੋਹਲ। ਰੀਜ਼ਨ ਸੇਮ ਹੈ, ਦੇਖੋ ਤੁਸੀਂ ਫਿਨੋਕਸਾਈਡ ਦੇਖੋ, ਆ ਰਿਹਾ ਫਿਨੋਕਸਾਈਡ, ਠੀਕ ਹੈ। ਫਿਨੋਕਸਾਈਡ ਕੀ ਹੁੰਦਾ, H ਰਿਮੂਵ ਹੋ ਗਿਆ ਨਾ, H ਰਿਮੂਵ ਹੋਣ ਤੋਂ ਬਾਅਦ ਜਿਹੜੀ ਪਿੱਛੇ ਪ੍ਰੋਡਕਟ ਬਚਦਾ ਹੈ ਉਹਦੇ ਤੁਸੀਂ ਰੈਜ਼ੋਨੈਂਸਿੰਗ ਕੀਤੀ ਹੋਈ ਹੈ, ਰੈਜ਼ੋਨੈਂਸ ਸਟੈਬਿਲਾਈਜ਼ਡ ਹੁੰਦਾ ਹੈ ਵੀ। ਜੇ ਇਕੱਲੇ ਫਿਨੋਲ ਦੀ ਗੱਲ ਕਰੀਏ ਇਹ ਵੀ ਕੀ ਹੁੰਦਾ, ਦੇਖੋ ਰੈਜ਼ੋਨੈਂਸ ਸਟੈਬਿਲਾਈਜ਼ਡ ਹੁੰਦਾ ਹੈ। ਬਟ ਜੇਕਰ ਆਪਾਂ ਇਹਨੂੰ ਥੋੜਾ ਪੜ੍ਹੀਏ ਕੀ ਕਹਿ ਰਿਹਾ ਕਿ ਫਿਨੋਕਸਾਈਡ ਆਇਨ ਇਜ਼ ਮੋਰ ਰੈਜ਼ੋਨੈਂਸ ਸਟੈਬਿਲਾਈਜ਼ਡ ਦੈਨ ਫਿਨੋਲ। ਫਿਨੋਲ ਦੇ ਵਿੱਚ ਕੀ ਹੁੰਦਾ ਹੈ, ਜਸਟ 3 ਸਟਰਕਚਰਸ ਨੇ, 3rd 4th 5th, ਦੇਖੋ ਕਿਹੜੀਆਂ ਨੇ, 3rd 4th 5th, ਆ ਸੀ ਫਿਨੋਲ। ਇਹਦੇ ਵਿੱਚ ਕਹਿੰਦੇ 3rd 4th 5th, ਇਹਨਾਂ ਦੇ ਵਿੱਚ ਕੀ ਹੁੰਦਾ, ਪੋਜ਼ਿਟਿਵ ਚਾਰਜ ਦਿਖ ਰਿਹਾ ਤੁਹਾਨੂੰ ਐਂਡ ਨੈਗੇਟਿਵ ਚਾਰਜ ਵੀ ਦਿਖ ਰਿਹਾ। ਇਹ ਪੋਜ਼ਿਟਿਵ ਚਾਰਜ ਹੈ ਤੇ ਨੈਗੇਟਿਵ ਚਾਰਜ, ਪੋਜ਼ਿਟਿਵ ਨੈਗੇਟਿਵ ਦਿਖ ਰਹੇ ਨੇ ਨਾ। ਮੀਨਸ ਜਿੱਥੇ ਦੋਨੋਂ ਚਾਰਜ ਨੇ ਇਹਨਾਂ ਨੂੰ ਸੈਪਰੇਟ ਕਰਨ ਵਾਸਤੇ ਚਾਰਜਿਸ ਨੂੰ ਤੁਹਾਨੂੰ એનર્ਜੀ ਦੇਣੀ ਪਊ। ਦੈਟ ਮੀਨ ਇੱਥੇ ਇਹ ਅਨਸਟੇਬਲ ਨੇ, ਓਕੇ, ਇਹਨਾਂ ਨੂੰ ਤਾਂ ਅਨਸਟੇਬਲ ਹੀ ਕੰਸੀਡਰ ਕੀਤਾ ਜਾਊਗਾ। These structures require energy to separate the charge। ਚਾਰਜ ਤੁਸੀਂ ਸੈਪਰੇਟ ਕਰਨਾ ਤਾਂ એનર્ਜੀ ਚਾਹੀਦੀ ਹੈ, ਇਸ ਕਰਕੇ ਅਨਸਟੇਬਲ ਨੇ। There is no structure in phenoxide ion which require charge separation। ਜੇ ਤੁਸੀਂ ਫਿਨੋਕਸਾਈਡ ਦੀ ਗੱਲ ਕਰੋ, ਉੱਪਰ ਦੇਖੋ ਇਹ 'ਚ ਕੋਈ ਚਾਰਜ ਸੈਪਰੇਸ਼ਨ ਦੀ ਲੋੜ ਨਹੀਂ ਹੈ, એનર્ਜੀ ਪ੍ਰੋਵਾਈਡ ਕਰਨ ਦੀ ਲੋੜ ਨਹੀਂ ਹੈ, ਮੀਨ ਸਾਰੇ ਸਟੇਬਲ ਨੇ। ਸੋ ਇਸ ਕਰਕੇ ਇਹ ਕੀ ਨੇਗੇ, ਰੈਜ਼ੋਨੈਂਸ ਹਾਈਬ੍ਰਿਡ ਆਫ ਫਿਨੋਲ ਜਿਹੜੀ ਹੈਗੀ ਹੈ ਲੈਸ ਸਟੇਬਲ ਹੈ ਦੈਨ ਫਿਨੋਕਸਾਈਡ ਆਇਨ। ਤਾਂ ਨੋ ਰੈਜ਼ੋਨੈਂਸ ਸਟੈਬਿਲਾਈਜੇਸ਼ਨ ਫॉर ਅਲਕੋਹਲ ਐਂਡ ਐਲਕੋਕਸਾਈਡ ਆਇਨ, ਦਸ ਫਿਨੋਲਸ ਆਰ ਮੋਰ ਐਸਿਡਿਕ ਦੈਨ ਅਲਕੋਹਲ। ਬਸ ਤੁਸੀਂ ਇਹ ਪੁਆਇੰਟ ਲਰਨ ਕਰਨਾ ਹੈ, ਕਾਰਬੋਕਸਿਲਿਕ ਜ਼ਿਆਦਾ ਐਸਿਡਿਕ ਹੁੰਦੇ ਨੇ ਫਿਨੋਲ ਨਾਲੋਂ, ਫਿਨੋਲ ਜ਼ਿਆਦਾ ਹੁੰਦੇ ਨੇ ਐਲਕੋਹਲ ਨਾਲੋਂ। ਰੀਜ਼ਨ, ਰੈਜ਼ੋਨੈਂਸ ਸਟੈਬਿਲਾਈਜੇਸ਼ਨ। ਅੱਗੇ ਗੱਲ ਕਰਦੇ ਹਾਂ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਤੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ। ਜੇਕਰ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਦੀ ਗੱਲ ਕਰੀਏ, ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਦਾ ਕੰਮ ਕੀ ਹੁੰਦਾ ਹੈ, ਇਲੈਕਟ੍ਰੋਨਸ ਨੂੰ ਵਿਦਡਰਾ ਕਰਨਾ। ਕਹਿੰਦੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਕੀ ਕਰਦੇ ਨੇ, ਐਸਿਡਿਕ ਸਟਰੈਂਥ ਨੂੰ ਵਧਾਉਂਦੇ ਨੇ, ਇਨਕਰੀਜ਼ ਕਰਦੇ ਨੇ ਕਿਹਦੀ, ਫਿਨੋਲ ਦੀ। ਸਿੰਪਲ ਜੀ ਗੱਲ ਹੈ, ਜਿੱਦਾਂ ਤੁਸੀਂ ਦੇਖ ਰਹੇ ਹੋ ਇਹ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਲੱਗਿਆ ਹੋਇਆ, ਤੁਸੀਂ ਯਾਦ ਕਰ ਲਓ ਇਹ ਵਾਲੇ ਇਲੈਕਟ੍ਰੋਨ ਵਿਦਡਰਾਇੰਗ ਗਰੁੱਪਸ ਹੁੰਦੇ ਨੇ। ਇਹਦਾ ਕੰਮ ਕੀ, ਇਲੈਕਟ੍ਰੋਨ ਨੂੰ ਖਿੱਚੂਗਾ। ਜੇ ਇਹ ਆਪਣੀ ਤਰਫ ਇਲੈਕਟ੍ਰੋਨ ਨੂੰ ਖਿੱਚੂਗਾ, ਠੀਕ ਹੈ ਨਾ, ਤਾਂ ਜਿਹੜੇ ਆਕਸੀਜਨ ਦੇ ਇਲੈਕਟ੍ਰੋਨ ਜਿਹੜੇ ਵਗੈਰਾ ਹੋਣਗੇ ਉਹ ਇੱਧਰ ਹੀ ਮੂਵ ਹੋ ਜਾਣਗੇ। ਤਾਂ ਆਕਸੀਜਨ ਨੂੰ ਜਿਹੜੀ ਇਲੈਕਟ੍ਰੋਨਸ ਦੀ ਕਮੀ ਹੋਊਗੀ ਤਾਂ ਇਹ H ਤੋਂ ਜਿਹੜੇ ਇਲੈਕਟ੍ਰੋਨਸ ਖਿੱਚੂਗਾ। ਆਕਸੀਜਨ H ਤੋਂ ਇਲੈਕਟ੍ਰੋਨ ਖਿੱਚੂਗਾ ਤਾਂ H ਕੀ ਹੋ ਜਾਏਗਾ, ਰਿਮੂਵ ਹੋ ਜਾਏਗਾ। ਜੋ ਈਜ਼ਲੀ ਰਿਮੂਵਲ ਹੋਵੇ, H ਦੀ ਈਜ਼ਲੀ ਰਿਮੂਵਲ ਹੋ ਰਹੀ ਹੈ ਤਾਂ ਦੈਟ ਮੀਨ ਐਸਿਡਿਕ ਦੇ ਵਿੱਚ ਹੀ ਆ ਗਿਆ ਨਾ, ਤਾਂ ਇਹ ਕੀ ਹੋਏਗਾ, ਜ਼ਿਆਦਾ ਐਸਿਡਿਕ ਹੋਏਗਾ।
ਤਾਂ ਦੈਟ ਮੀਨ ਤੁਸੀਂ ਇੱਕ ਪੁਆਇੰਟ ਜਿਹੜਾ ਲਰਨ ਕਰਨਾ ਕਿ ਇਲੈਕਟ੍ਰੋਨ ਵਿਦ ਡਰਾਇੰਗ ਗਰੁੱਪ ਜਿਹੜੇ ਹੁੰਦੇ ਨੇ ਇਲੈਕਟ੍ਰੋਨ ਨੂੰ ਵਿਦਡਰਾਅ ਕਰਦੇ ਨੇ ਤੇ ਜਿਹਦੇ ਨਾਲ ਕੀ ਹੁੰਦਾ ਹੈਗਾ ਨੈਗੇਟਿਵ ਚਾਰਜ ਆ ਜਾਂਦਾ ਹੈ। ਇਸ ਕਰਕੇ ਜਿਹੜੇ ਇਹ ਸਬਸਟੀਚੁਐਂਟਸ ਨੇ ਇਹ ਕੀ ਕਰਦੇ ਨੇ ਫਿਨੋਕਸਾਈਡ ਆਇਨ ਨੂੰ ਸਟੇਬਲਾਈਜ਼ ਕਰਦੇ ਨੇ। ਠੀਕ ਹੈ, ਤਾਂ ਤੁਸੀਂ ਇੱਕ ਪੁਆਇੰਟ ਲਰਨ ਕਰ ਲਓ ਵੀ ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਐਸਿਡਿਕ ਸਟਰੈਂਥ ਨੂੰ ਇਨਕਰੀਜ਼ ਕਰਦੇ ਨੇ। ਓਕੇ ਜੀ, ਤੇ ਕੁਝ ਇਦਾਂ ਦਾ ਮਤਲਬ ਤੁਹਾਨੂੰ ਐਗਜ਼ਾਮ ਦੇ ਵਿੱਚ ਸਟਰਕਚਰਸ ਆ ਸਕਦੀਆਂ ਨੇ, ਇਹ ਪੁੱਛਿਆ ਜਾ ਸਕਦਾ ਕਿ H ਪੋਜ਼ਿਟਿਵ ਰਿਮੂਵਲ ਕੀ ਚ ਸਭ ਤੋਂ ਜ਼ਿਆਦਾ ਸੌਖੀ ਹੋਊਗੀ। ਜਿੰਨੇ ਜ਼ਿਆਦਾ NO2 ਹੋਣਗੇ ਓਬਵੀਅਸਲੀ ਹਨਾ ਓਨੀ ਜ਼ਿਆਦਾ H ਪੋਜ਼ਿਟਿਵ ਈਜ਼ਲੀ ਰਿਮੂਵ ਹੋਊਗਾ। ਠੀਕ ਹੈ, ਇਹ 3 ਹੋ ਗਏ, ਇੱਥੇ 2 ਪ੍ਰੈਜ਼ੈਂਟ ਨੇ, ਇੱਥੇ 1 ਪ੍ਰੈਜ਼ੈਂਟ ਹੈ, ਇੱਥੇ ਹੈ ਹੀ ਨਹੀਂ। ਤਾਂ ਦੈਟ ਮੀਨ ਸਮਝ ਗਏ ਕਿ ਮੋਰ ਦਾ ਨੰਬਰ ਆਫ ਇਲੈਕਟ੍ਰੋਨ ਵਿਦ ਡਰਾਇੰਗ ਗਰੁੱਪਸ ਓਨੀ ਜ਼ਿਆਦਾ ਕੀ ਹੋਏਗੀ ਉਹਦੀ ਐਸਿਡਿਕ ਸਟਰੈਂਥ। ਨੈਕਸਟ ਤੁਸੀਂ ਦੇਖ ਸਕਦੇ ਹੋ ਓਕੇ ਨੈਕਸਟ ਦੇ ਵਿੱਚ ਕੁਝ ਗੱਲ ਕਰੀਏ NO2 ਇੱਕੋ ਹੀ ਲੱਗਿਆ ਹੋਇਆ ਬਟ ਅਲੱਗ-ਅਲੱਗ ਪੋਜੀਸ਼ਨਸ ਤੇ ਲੱਗਿਆ ਹੋਇਆ, ਇਹ ਪੋਜੀਸ਼ਨਸ ਵੀ ਤੁਸੀਂ ਲਰਨ ਕਰਨੀਆਂ ਨੇ। ਠੀਕ ਹੈ ਜੀ, ਫਸਟ ਤੇ ਸੈਕਿੰਡ ਸਟਰਕਚਰ ਦੇ ਵਿੱਚ ਕੀ ਹੁੰਦਾ ਕਹਿੰਦੇ the carbon acquires positive charge which are directly attached to oxygen so removal of H positive is easy। ਇਹ ਵਾਲੇ ਕੇਸ ਤੇ ਇਹ ਵਾਲੇ ਕੇਸ ਦੇ ਵਿੱਚ ਕੀ ਹੈ ਮੀਨਸ ਪੈਰਾ ਤੇ ਔਰਥੋ ਪੋਜੀਸ਼ਨ ਦੇ ਵਿੱਚ H ਪੋਜ਼ਿਟਿਵ ਨੂੰ ਰਿਲੀਜ਼ ਕਰਨਾ ਸੌਖਾ ਹੈ ਬਟ ਥਰਡ ਦੇ ਵਿੱਚ ਕੀ ਹੈ ਇਹਦੇ ਵਿੱਚ ਕਿਉਂਕਿ ਇਹਦੇ ਵਿੱਚ ਵੀ ਪੋਜ਼ਿਟਿਵ ਚਾਰਜ ਜਨਰੇਟ ਹੁੰਦਾ ਹੈ ਇਹਦੇ ਵਿੱਚ ਵੀ ਪੋਜ਼ਿਟਿਵ ਚਾਰਜ ਜਨਰੇਟ ਹੁੰਦਾ ਹੈ ਬਟ ਇਹਦੇ ਵਿੱਚ ਕੀ ਹੈ ਕੋਈ ਪੋਜ਼ਿਟਿਵ ਚਾਰਜ ਜਨਰੇਟ ਨਹੀਂ ਹੁੰਦਾ। ਸੋ ਇਹਦੇ ਵਿੱਚ ਕੋਈ ਪੋਜ਼ਿਟਿਵ ਚਾਰਜ ਜਿਹੜਾ ਰਿਮੂਵ ਨਹੀਂ ਹੁੰਦਾ ਤੇ ਇਹਦੇ ਵਿੱਚ ਵੀ ਸੌਰੀ ਜਨਰੇਟ ਨਹੀਂ ਹੁੰਦਾ, ਇਹਦੇ ਵਿੱਚ ਵੀ ਪ੍ਰੋਡਿਊਸ ਨਹੀਂ ਹੁੰਦਾ। ਇਹਦੇ ਵਿੱਚੋਂ ਜਿਹੜਾ ਹੈ ਈਜ਼ੀ ਹੈ। ਠੀਕ ਹੈ ਨਾ, H ਪੋਜ਼ਿਟਿਵ ਨੂੰ ਰਿਮੂਵ ਕਰਨਾ ਈਜ਼ੀ, ਇਸ ਕਰਕੇ ਜ਼ਿਆਦਾ ਕੀ ਹੁੰਦਾ ਹੈ ਐਸਿਡਿਕ ਹੁੰਦਾ ਹੈ। ਓਕੇ ਜੀ, ਸੋ ਇਹ ਦਿੱਤਾ ਹੋਇਆ ਕਿ ਦੇਖੋ ਪੈਰਾ ਜਿਹੜੇ ਨਾਈਟ੍ਰੋਫਿਨੋਲ ਨੇ ਉਹ ਜ਼ਿਆਦਾ ਐਸਿਡਿਕ ਹੁੰਦੇ ਨੇ ਔਰਥੋ ਨਾਲੋਂ, ਔਰਥੋ ਜ਼ਿਆਦਾ ਹੁੰਦੇ ਨੇ ਮੈਟਾ ਨਾਲੋਂ ਤੇ ਦੈਨ ਫਿਨੋਲ ਨਾਲੋਂ। ਠੀਕ ਹੈ, ਉਸ ਤੋਂ ਬਾਅਦ ਆ ਜਾਂਦੇ ਗੱਲ ਦੈਟ ਇਜ਼ CH3, ਇਹ ਕੀ ਨੇ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਨੇ। ਇਲੈਕਟ੍ਰੋਨ ਡੋਨੇਟਿੰਗ ਗਰੁੱਪਸ ਕੀ ਕਰਦੇ ਨੇ ਇਹ ਜਿਹੜਾ ਹੁੰਦਾ ਮੀਨਸ ਇਹ H ਪੋਜ਼ਿਟਿਵ ਦੀ ਜਿਹੜੀ ਰਿਮੂਵਲ ਹੈ ਇੱਥੇ ਇਸ ਕੇਸ ਦੇ ਵਿੱਚ ਟਫ ਹੋ ਜਾਂਦੀ ਹੈ। ਓਕੇ, ਸੋ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਵੀ ਇਹ ਐਸਿਡਿਕ ਸਟਰੈਂਥ ਨੂੰ ਡਿਕਰੀਜ਼ ਕਰਦੇ ਨੇ। ਓਕੇ ਜੀ, ਸੋ ਇਹ ਸੀ ਅੱਜ ਦਾ ਤੁਹਾਡਾ ਟੌਪਿਕ ਜੋ ਕਿ ਅੱਜ ਗੱਲ ਕੀਤੀ ਅਸੀਂ ਕੈਮੀਕਲ ਪ੍ਰੋਪਰਟੀਜ਼ ਆਫ ਅਲਕੋਹਲਸ ਬਾਰੇ, ਫਿਨੋਲਸ ਬਾਰੇ ਥੋੜਾ ਐਸਿਡਿਕ ਕਰੈਕਟਰ ਡਿਸਕਸ ਕੀਤਾ ਤੇ ਫਿਜ਼ੀਕਲ ਪ੍ਰੋਪਰਟੀਜ਼ ਡਿਸਕਸ ਕੀਤੀਆਂ ਨੇ। ਓਕੇ ਜੀ, ਇਸ ਤੋਂ ਨੈਕਸਟ ਜਿਹੜਾ ਹੋਏਗਾ ਅਸੀਂ ਗੱਲ ਕਰਾਂਗੇ ਕੈਮੀਕਲ ਪ੍ਰੋਪਰਟੀਜ਼ ਆਫ ਫਿਨੋਲ ਬਾਰੇ। ਠੀਕ ਹੈ ਜੀ, ਜਿਹਦੇ ਵਿੱਚ ਕਰੀਬ 19 to 20 ਰਿਐਕਸ਼ਨਸ ਰਹਿਣਗੀਆਂ ਜੋ ਕਿ ਬਹੁਤ ਹੀ ਜ਼ਿਆਦਾ ਸ਼ਾਰਟਕਟ ਵੇ ਨਾਲ ਤੁਹਾਨੂੰ ਮੈਂ ਸਮਝਾਉਂਗੀ ਜਿੱਦਾਂ ਅੱਜ ਸਮਝਾਇਆ। ਠੀਕ ਹੈ, ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਤੁਸੀਂ ਲਾਈਕ ਕਰ ਦਿਓ। ਠੀਕ ਹੈ, ਕਮੈਂਟ ਕਰ ਦਿਓ ਵੀ ਹਾਂਜੀ ਸਮਝ ਆ ਗਿਆ, ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਠੀਕ ਹੈ ਨਾ, ਮਿਹਨਤ ਬਹੁਤ ਲੱਗਦੀ ਹੈ ਵੀਡੀਓ ਬਣਾਉਣ ਤੇ, ਪੂਰਾ ਦਿਨ ਜਿਹੜਾ ਲੱਗ ਜਾਂਦਾ ਹੈ। ਠੀਕ ਹੈ ਨਾ, ਸੋ ਪਲੀਜ਼ 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 ਸ਼ੇਅਰ ਜ਼ਰੂਰ ਕਰ ਦਿਆ ਕਰੋ। ਓਕੇ ਜੀ, ਰਿਕੁਐਸਟ ਹੈ ਜੇ ਮੈਂ ਤੁਹਾਡੇ ਲਈ ਇੰਨਾ ਕੁਛ ਕਰ ਰਹੀ ਹਾਂ ਤਾਂ ਤੁਸੀਂ ਵੀ ਕਰ ਸਕਦੇ ਹੋ। ਠੀਕ ਹੈ ਨਾ, ਸੋ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ। ਠੀਕ ਹੈ ਜੀ, ਕਰ ਲਓ ਇਹਨੂੰ ਪ੍ਰੈਪਰੇਸ਼ਨ ਇਹਦੀ, ਅੱਗੇ ਮੈਂ ਨੈਕਸਟ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਓਕੇ ਜੀ, ਥੈਂਕ ਯੂ ਅਲੋਟ।